ਚੱਕਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਸੁਖ ਭੱਟੀਵਾਲ ਲੈ ਕੇ ਹਾਜ਼ਰ ਹਾਂ ਇੱਕ ਵਾਰ ਫਿਰ ਤੁਹਾਡੇ ਲਈ ਤੁਹਾਡਾ ਆਪਣਾ ਪਸੰਦੀਦਾ ਪ੍ਰੋਗਰਾਮ ਇੱਕ ਖਾਸ ਰਿਪੋਰਟ, ਜਿਹਦੇ ਵਿੱਚ ਆਪਾਂ ਗੱਲ ਕਰਦੇ ਹਾਂ ਪੰਜਾਬ ਦੇ ਭਖਦੇ ਮੁੱਦਿਆਂ ਦੀ। ਤੇ ਇਸ ਵਾਰ ਇੱਕ ਵਾਰ ਫਿਰ ਆਪਣੇ ਨਾਲ ਮੌਜੂਦ ਨੇ ਸਾਡੇ ਸੀਨੀਅਰ ਪੱਤਰਕਾਰ ਅਨਿਲ ਡੋਗਰਾ ਜੀ। ਅਨਿਲ ਡੋਗਰਾ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਚੱਕਦੇ ਟੀਵੀ ਦੇ ਵਿਹੜੇ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈਗਾ। ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਜੀ। ਸਾਰੇ ਦਰਸ਼ਕਾਂ ਨੂੰ ਅਨਿਲ ਡੋਗਰਾ ਦੀ ਸਤਿ ਸ੍ਰੀ ਅਕਾਲ। ਤੇ ਸਰ, ਆਪਾਂ ਗੱਲ ਅੱਜ ਕਰਦੇ ਹਾਂ ਸ਼ੁਰੂ, ਹੈ ਨਾ, ਜਿਹੜਾ ਮੇਨ ਮੁੱਦਾ ਅੱਜ ਦਾ ਕਸ਼ਮੀਰ, ਜਿਹੜੇ ਕਸ਼ਮੀਰ ਦੇ ਵਿੱਚ ਧਾਰਾ 370 ਖਤਮ ਕੀਤੀ ਗਈ ਆ। ਤੁਹਾਨੂੰ ਕੀ ਲੱਗਦਾ ਕਿ ਉਹ 370 ਧਾਰਾ ਜਿਹੜੀ ਖਤਮ ਕੀਤੀ ਗਈ ਆ, ਉਹਦਾ ਕਿੰਨਾ ਕੁ ਫਾਇਦਾ ਤੇ ਕਿੰਨਾ ਕੁ ਨੁਕਸਾਨ ਆ? ਭੱਟੀ ਸਾਹਿਬ, 370 ਧਾਰਾ ਦਾ ਪਹਿਲੇ ਤਾਂ ਇਹ ਦੇਖਣਾ ਪਏਗਾ ਵੀ ਇਹ ਹੈ ਕੀ ਹੈ ਜੀ। 370 ਧਾਰਾ ਉਹ ਧਾਰਾ ਹੈ ਜਿਹੜੀ ਜੰਮੂ ਕਸ਼ਮੀਰ ਨੂੰ ਜੀ ਦੇਸ਼ ਦੇ ਬਾਕੀ ਸੂਬਿਆਂ ਨੂੰ ਇੱਕ ਵੱਖਰਾ ਦਰਜਾ ਦਿੰਦੀ ਹੈ। ਜੀ ਜੀ ਬਿਲਕੁਲ। ਜਿਹਦੇ ਵਿੱਚ ਉਹਦੀ ਆਪਣੀ ਵੱਖਰੀ ਹੋਂਦ ਹੈ ਜੀ, ਉਹਦੀ ਆਪਣੀ ਹਾਈ ਕੋਰਟ ਹੈ ਜੀ, ਆਪਣਾ ਵਿਧਾਨ ਸਭਾ ਤੇ ਹੈ ਹੀ ਹੈ ਉਹਦੀ ਜੀ, ਲੇਕਿਨ ਜਿਹੜੇ ਉੱਥੇ ਕਾਨੂੰਨ ਲਾਗੂ ਹੁੰਦੇ ਨੇ ਜੀ, ਉਹ ਭਾਰਤ ਦੇ ਕਾਨੂੰਨ ਨਹੀਂ ਲਾਗੂ ਹੁੰਦੇ। ਜੀ, ਉੱਥੋਂ ਦਾ ਜਿਹੜਾ ਰਣਵੀਰ ਪੈਨਲ ਕੋਡ ਹੈ, ਜੀ, ਜਿੱਦਾਂ ਭਾਰਤ ਵਿੱਚ IPC ਹੈ, ਇੰਡੀਅਨ ਪੈਨਲ ਕੋਡ ਹੋ ਗਿਆ, ਜੀ, ਕ੍ਰਿਮੀਨਲ ਪੈਨਲ ਕੋਡ ਹੋ ਗਿਆ, ਬਿਲਕੁਲ। ਲੇਕਿਨ ਜੰਮੂ ਕਸ਼ਮੀਰ ਦੇ ਵਿੱਚ ਇਹ ਨਹੀਂ ਲਾਗੂ ਹੁੰਦੇ। ਉੱਥੇ ਉਹਨਾਂ ਦਾ ਆਪਣਾ ਰਣਵੀਰ ਪੈਨਲ ਕੋਡ ਹੈ, ਜੀ, ਜਿਹਦੇ ਨਾਲ ਉਹ ਕਈ ਚੀਜ਼ਾਂ ਐਸੀਆਂ ਕਰਦੇ ਨੇ ਜੀ, ਜਿਹੜੀਆਂ ਭਾਰਤੀ ਸੰਵਿਧਾਨ ਨਾਲ ਮੇਲ ਨਹੀਂ ਖਾਂਦੀਆਂ। ਜੀ, ਔਰ ਜਿਹੜੀ 370 ਦਫਾ ਔਰ 35 ਇਹ ਹੈ, ਜੀ, ਇਹ ਕਸ਼ਮੀਰੀਆਂ ਨੂੰ ਇੱਕ ਅਜਿਹਾ ਦਰਜਾ ਦਿੰਦੀ ਹੈ ਜੀ, ਜਿਹੜੀ ਉੱਥੋਂ ਦੀ ਵੱਖਰੀ ਹੋਂਦ ਨੂੰ ਸਾਹਮਣੇ ਲਿਆਂਦੀ ਹੈ। ਜੀ, ਔਰ ਉੱਥੇ ਕੋਈ ਵੀ ਜਿਹੜਾ ਕਸ਼ਮੀਰ ਤੋਂ ਬਾਹਰ ਦਾ ਆਦਮੀ ਹੈ ਜਾਂ ਜੰਮੂ ਕਸ਼ਮੀਰ ਤੋਂ ਬਾਹਰ ਦਾ ਆਦਮੀ ਹੈ, ਜੀ, ਉਹਨੂੰ ਉਹ ਜ਼ਮੀਨ ਨਹੀਂ ਖਰੀਦ ਸਕਦਾ। ਜੀ, ਉੱਥੇ ਕਾਰੋਬਾਰ ਤਾਂ ਕਰ ਸਕਦਾ ਹੈ, ਜੀ, ਲੇਕਿਨ ਜ਼ਮੀਨ ਖਰੀਦ ਕੇ ਅਗਰ ਕਿ ਮੈਂ ਦੁਕਾਨ ਪਾ ਲਾਂ ਜਾਂ ਕੋਈ ਹੋਰ ਚੀਜ਼ ਕਰਾਂ ਉਹ ਨਹੀਂ ਕਰ ਸਕਦਾ। ਜੀ, ਜੀ, ਔਰ ਉੱਥੋਂ ਦੀ ਜਿਹੜੀ ਗੌਰਮੈਂਟ ਹੈ ਉਹਨੇ ਇੱਕ ਕੀਤਾ ਦਾ ਵੀ ਜਿਹੜੇ ਉੱਥੋਂ ਦੇ ਬਸ਼ਿੰਦੇ ਨੇ ਜੀ, ਕਸ਼ਮੀਰੀ, ਜੀ, ਉਹਨਾਂ ਲਈ ਸਟੇਟ ਸਬਜੈਕਟ ਹੈ। ਜਾਣੀ ਕਿ ਜਿਸ ਜਿਹੜਾ ਆਦਮੀ ਉੱਥੋਂ ਦਾ ਜੰਮਪਲ ਹੈ, ਜੀ, ਉਹਨੂੰ ਸਟੇਟ ਸਬਜੈਕਟ ਹੋਣ ਦੇ ਨਾਲ ਉਹਨੂੰ ਸਾਰੀਆਂ ਉਹ ਸਹੂਲਤਾਂ ਮਿਲਦੀਆਂ ਨੇ ਜੀ, ਜਿਹੜੀਆਂ ਆਮ ਲੋਕਾਂ ਨੂੰ ਉੱਥੇ ਨਹੀਂ ਮਿਲਦੀਆਂ। ਜੀ, ਜੀ, ਬਿਲਕੁਲ। ਔਰ ਹੁਣ ਤੁਸੀਂ ਦੇਖ ਲਓ, ਪੰਜਾਬ ਤੋਂ ਜਾਂ UP ਤੋਂ ਜਾਂ ਹੋਰਨਾਂ ਜਿਹੜੀਆਂ ਸਟੇਟਾਂ ਨੇ ਸਾਡੇ ਇੰਡੀਆ ਦੀਆਂ, ਜੀ, ਉੱਥੋਂ ਅਗਰ ਮਜ਼ਦੂਰ ਵੀ ਕੰਮ ਕਰਨ ਜਾਂਦੇ ਨੇ ਜੀ, ਤਾਂ ਉਹ ਸਿਰਫ ਉਹਦਾ ਕੰਮ ਹੀ ਕਰ ਸਕਦੇ ਨੇ। ਉਹਨਾਂ ਨੂੰ ਉੱਥੋਂ ਦਾ ਕੋਈ ਵਸ਼ਿੰਦਾ ਹੋਣ ਦਾ ਕੋਈ ਦਰਜਾ ਨਹੀਂ ਮਿਲਦਾ, ਜੀ, ਨਾ ਹੀ ਉਹਨਾਂ ਨੂੰ ਵਸ਼ਿੰਦਾ ਗਿਣਿਆ ਜਾਂਦਾ। ਜੀ, ਇਹਨਾਂ ਚੀਜ਼ਾਂ ਨਾਲ ਬਹੁਤ ਖਿਲਾਰਾ ਪੈ ਗਿਆ ਸੀਗਾ। ਜੀ, ਅਤੇ 1954 ਦੇ ਵਿੱਚ ਸ਼ਿਆਮਾ ਪ੍ਰਸਾਦ ਮੁਖਰਜੀ ਸੀਗੇ, ਜੀ, ਉਹ ਜਨਸੰਘ ਦੇ ਬਹੁਤ ਵੱਡੇ ਲੀਡਰ ਦੇ ਨੇ। ਜੀ, ਉਹਨਾਂ ਨੇ ਉੱਥੋਂ ਜਦੋਂ ਜੰਮੂ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਕਿਹਾ ਗਿਆ ਵੀ ਇੱਥੋਂ ਪਰਮਿਟ ਲਓ। ਜੀ, ਉਦੋਂ ਪਰਮਿਟ ਸਿਸਟਮ ਲਾਗੂ ਸੀਗਾ। ਜੀ, ਜੀ, ਤੁਸੀਂ ਆਸਾਨੀ ਨਾਲ ਜਾਂ ਉਹਦੇ ਤੁਸੀਂ ਕੋਈ ਆਜ਼ਾਦੀ ਨਾਲ ਉੱਥੇ ਜਾ ਸਕਦੇ ਸੀਗੇ। ਜੀ, ਉਹ ਇੱਦਾਂ ਦੀ ਕੋਈ ਗੱਲ ਨਹੀਂ ਸੀ। ਠੀਕ ਹੈ। ਤੁਸੀਂ ਨਾ ਉੱਥੇ ਉਹ ਪ੍ਰਵੇਸ਼ ਕਰ ਸਕਦੇ ਸੀਗੇ, ਨਾ ਕਿਸੇ ਕਾਰ ਰਾਹੀਂ, ਸਕੂਟਰ ਰਾਹੀਂ ਜਾਂ ਕੋਈ ਗੱਡੀ ਰਾਹੀਂ ਉੱਥੇ ਜਾ ਸਕਦੇ ਸੀ। ਜੀ, ਔਰ ਇਹਨਾਂ ਚੀਜ਼ਾਂ ਦਾ ਸਾਰਾ ਹੀ ਜਿਹੜਾ ਸੀਗਾ ਅਸਰ ਬਾਕੀ ਇੰਡੀਆ ਦੇ ਵੀ ਪੈ ਰਿਹਾ ਸੀਗਾ। ਬਿਲਕੁਲ। ਹੁਣ ਭਾਰਤ ਦਾ ਜਿੰਨਾ ਵੀ ਪੈਸਾ ਹੈ ਜੀ, ਉਹ ਕਸ਼ਮੀਰ ਦੀ ਡਿਵੈਲਪਮੈਂਟ 'ਤੇ ਲੱਗ ਗਿਆ ਜੀ। ਜੀ, ਉੱਥੋਂ ਹੌਲੀ ਹੌਲੀ ਚੱਲਦੇ ਚੱਲਦੇ ਇੱਥੋਂ ਤੱਕ ਆ ਗਿਆ ਵੀ ਪਾਕਿਸਤਾਨ ਨੇ ਜਦੋਂ 1948 ਦੇ ਵਿੱਚ ਕਬਾਇਲੀ ਭੇਜ ਕੇ ਤੇ ਕਸ਼ਮੀਰ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਜੀ, ਤਾਂ ਇੱਕ ਅਜਿਹੀ ਸਥਿਤੀ ਪੈਦਾ ਹੋ ਗਈ ਜੀ, ਕਿ ਉਦੋਂ ਮਹਾਰਾਜਾ ਹਰੀ ਸਿੰਘ ਨੇ ਇੱਕ ਚਿੱਠੀ ਭੇਜੀ ਜੀ, ਪੰਡਿਤ ਜਵਾਹਰ ਲਾਲ ਨਹਿਰੂ ਨੂੰ ਵੀ ਮੈਂ ਤੁਹਾਡੇ ਨਾਲ ਮਿਲਣ ਨੂੰ ਤਿਆਰ ਹਾਂ। ਜੀ, ਲੇਕਿਨ ਪੰਡਿਤ ਨਹਿਰੂ ਦਾ ਇਹ ਸੀਗਾ ਵੀ ਸ਼ੇਖ ਅਬਦੁੱਲਾ ਅਗਰ ਲੈ ਕੇ ਆਉਂਦਾ ਜੀ, ਚਿੱਠੀ ਤਾਂ ਮੈਂ ਉਹਦੇ ਨਾਲ ਗੱਲ ਕਰੂੰਗਾ, ਜੀ, ਨਹੀਂ ਤਾਂ ਨਹੀਂ। ਬਿਲਕੁਲ। ਲੇਕਿਨ ਸ਼ੇਖ ਅਬਦੁੱਲਾ ਨੂੰ ਮਹਾਰਾਜਾ ਹਰੀ ਸਿੰਘ ਨੇ ਕਿਸੇ ਕਾਰਨ ਜੇਲ੍ਹ 'ਚ ਰੱਖਿਆ ਹੋਇਆ ਸੀਗਾ। ਜੀ, ਉਹਨੂੰ ਬਾਹਰ ਕੱਢਿਆ, ਉਦੋਂ ਚਿੱਠੀ ਲੈ ਕੇ ਗਿਆ, ਐਕਸੈਸ਼ਨ ਹੋ ਗਈ। ਜੀ, ਉਹਦੇ ਅੱਜ ਦੇਖੋ ਵੀ ਉਹੀ ਐਕਸੈਸ਼ਨ ਦੀ ਜਿਹੜੀ ਚਿੱਠੀ ਹੈ ਜੀ, ਉਹ ਬਾਕੀ ਸਟੇਟਾਂ ਨਾਲੋਂ ਕੋਈ ਵੱਖਰੀ ਨਹੀਂ। ਜੀ, ਜੇ ਹੈਦਰਾਬਾਦ, ਜੂਨਾਗੜ੍ਹ ਜਾਂ ਦੂਜੀਆਂ ਸਟੇਟਾਂ ਨੇ ਜਿੱਦਾਂ ਭਾਰਤ ਵਿੱਚ ਮਿਲਣ ਦਾ ਇੱਕ ਜਿਹੜਾ ਦਸਤਾਵੇਜ਼ ਸਾਈਨ ਕੀਤਾ ਸੀਗਾ, ਜੀ, ਉਹੀ ਦਸਤਾਵੇਜ਼ ਮਹਾਰਾਜਾ ਹਰੀ ਸਿੰਘ ਨੇ ਕੀਤਾ। ਬਿਲਕੁਲ। ਇਸ ਕਰਕੇ ਉਹਦੇ ਵਿੱਚ ਜੇ ਤੁਸੀਂ ਇਹ ਕਹੋ ਵੀ ਕਿੰਨਾ ਉੱਥੋਂ ਦੇ ਲੋਕਾਂ ਦੀ ਕੋਈ
ਸੀਗੀ ਵੱਡੀ ਗੱਲ ਵੀ ਅਸੀਂ ਨਹੀਂ ਸ਼ਾਮਲ ਹੋਣਾ ਜਾਂ ਕੀ ਹੈ। ਜੀ ਜਦੋਂ ਉੱਥੋਂ ਦਾ ਮਹਾਰਾਜਾ ਹੀ ਕਹਦੇ ਵੀ ਸ਼ਾਮਲ ਹੋਣਾ, ਉਦੋਂ ਨੇ ਸਾਈਨ ਕਰਤੇ ਜੀ, ਤਾਂ ਦੂਜੀ ਦਾ ਕੋਈ ਗੱਲ ਹੀ ਨਹੀਂ ਰਹਿ ਜਾਂਦੀ ਸੀ। ਬਿਲਕੁਲ ਲੇਕਿਨ ਸਿਆਸੀ ਮਫਾਦ ਲੈਣ ਲਈ, ਜੀ ਜਾਣੀ ਕਿ ਸਿਆਸੀ ਸਵਾਰਥ ਕਹਿ ਲਓ ਜਾਂ ਹੋਰ ਕੋਈ ਗੱਲ ਕਹਿ ਲਓ, ਜੀ ਉਹ ਸ਼ੇਖ ਅਬਦੁੱਲਾ ਨੂੰ ਪੰਡਿਤ ਨਹਿਰੂ ਨੇ ਥੋੜ੍ਹਾ ਕੁ ਤਰਜੀਹ ਦਿੱਤੀ। ਜੀ ਉਹਦੇ ਇੱਥੋਂ ਤੱਕ ਗੱਲ ਹੋ ਗਈ ਵੀ ਚਲੋ ਠੀਕ ਹੈ, ਜੋ ਇਹ ਸਟੇਟ ਚਾਹੁੰਦੀ ਹੈ ਵੀ ਸਾਨੂੰ ਵੱਖਰਾ ਦਰਜਾ ਦਿੱਤਾ ਜਾਵੇ, ਵਿਸ਼ੇਸ਼ ਦਰਜਾ ਦਿੱਤਾ ਜਾਵੇ, ਜੀ ਜੀ ਦੇ ਦਿੱਤਾ ਗਿਆ ਉਹਨੂੰ। ਜੀ ਲੇਕਿਨ ਉਹਦਾ ਜਿਹੜਾ ਰੱਦੇ ਅਮਲ ਹੋਇਆ ਜੀ, ਉਹ ਅੱਜ ਇੱਥੋਂ ਤੱਕ ਹੋ ਗਿਆ ਵੀ ਪਾਕਿਸਤਾਨ ਨੇ ਕਸ਼ਮੀਰ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਜੀ ਅੱਤਵਾਦ ਨੂੰ ਇੰਨਾ ਕੁ ਫੈਲਾ ਦਿੱਤਾ ਜੀ ਕਿ ਜਿਹਦੇ ਨਾਲ ਭਾਰਤ ਦੇ ਸਿਰਫ ਕਸ਼ਮੀਰ ਦੇ ਵਿੱਚ ਹੀ ਨਹੀਂ, ਪੰਜਾਬ ਸਮੇਤ ਹੋਰ ਕਈ ਸੂਬਿਆਂ ਦੇ ਵਿੱਚ ਵੀ ਜੀ ਅੱਤਵਾਦ ਪਨਪਣਾ ਸ਼ੁਰੂ ਹੋ ਗਿਆ। ਜੀ ਬਿਲਕੁਲ। ਔਰ ਇਸ ਅੱਤਵਾਦ ਦੇ ਹੱਥੋਂ ਪਤਾ ਨਹੀਂ ਕਿੰਨੇ ਸਾਡੇ ਫੌਜੀ ਜਵਾਨਾਂ ਦੀ ਮੌਤ ਹੋਈ, ਜੀ ਜੀ ਬਿਲਕੁਲ, ਕਿੰਨੇ ਸਿਵਲੀਅਨ ਮਾਰੇ ਗਏ। ਜੀ ਪਾਕਿਸਤਾਨ ਵੱਲੋਂ ਹਰ ਕੋਈ ਦਿਨ ਮੈਨੂੰ ਨਹੀਂ ਲੱਗਦਾ ਵੀ ਖਾਲੀ ਜਾਂਦਾ ਹੋਵੇ ਜਦੋਂ ਸੀਜ਼ ਫਾਇਰ ਤਰੀਕੇ ਨਾਲ ਤੋੜ ਕੇ ਜੀ ਬੰਬਾਰਡਮੈਂਟ ਨਾ ਕਰਦੇ ਹੋਣ, ਬਿਲਕੁਲ, ਗੋਲੀਆਂ ਨਾ ਚਲਾਉਂਦੇ ਹੋਣ, ਮੋਰਟਾਰ ਦੇ ਗੋਲੇ ਨਾ ਦਾਗਦੇ ਹੋਣ, ਔਰ ਉਹਦੇ ਨਾਲ ਕਈ ਲੋਕਾਂ ਦੀ ਮੌਤ ਹੋਈ। ਬਿਲਕੁਲ। ਔਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹਾਂ, ਕਾਂਗਰਸ ਸਰਕਾਰ ਜਦੋਂ ਸੀਗੀ ਜੀ ਸੈਂਟਰ ਦੇ ਵਿੱਚ 10 ਸਾਲ ਰਹੀ, ਉਸ ਤੋਂ ਪਹਿਲਾਂ ਵੀ ਰਹੀ, ਉਹਨੇ ਕੋਈ ਐਸਾ ਕੰਮ ਨਹੀਂ ਕੀਤਾ ਵੀ ਜਿਹਦੇ ਨਾਲ ਉੱਥੋਂ ਦੇ ਜਿਹੜੇ ਹਾਲਾਤ ਨੇ ਉਹ ਸੁਧਰ ਸਕਣ। ਲੇਕਿਨ ਹੁਣ ਜਦੋਂ ਇੱਕ ਇੰਡੀਆ ਨੂੰ ਇੱਕ ਮਜ਼ਬੂਤ ਪ੍ਰਾਈਮ ਮਿਨਿਸਟਰ ਮਿਲਿਆ ਜੀ ਨਰਿੰਦਰ ਮੋਦੀ ਜੀ ਦੇ ਰੂਪ ਦੇ ਵਿੱਚ, ਜੀ ਜੀ, ਤਾਂ ਉਹਨਾਂ ਨੇ ਇੱਕ ਪਲੈਨਿੰਗ ਕੀਤੀ ਵੀ ਕਿਸੇ ਵੀ ਤਰੀਕੇ ਨਾਲ ਜੀ ਜਿਹੜਾ ਕਸ਼ਮੀਰ ਹੈ ਉੱਥੋਂ ਅੱਤਵਾਦ ਨੂੰ ਖਤਮ ਕੀਤਾ ਜਾਵੇ। ਬਿਲਕੁਲ। ਔਰ ਜਿਸ ਢੰਗ ਨਾਲ ਉਹਨਾਂ ਨੇ ਕਸ਼ਮੀਰ ਨੂੰ ਜਾਂ ਜੰਮੂ ਕਸ਼ਮੀਰ ਨੂੰ ਦੋ ਹਿੱਸਿਆਂ 'ਚ ਵੰਡ ਕੇ ਜੀ, ਔਰ ਉੱਥੇ ਰਾਸ਼ਟਰਪਤੀ ਸ਼ਾਸਨ ਕਹਿ ਲਓ ਜਾਂ ਇਹ ਕਹਿ ਲਓ ਵੀ ਲਾਤਾ ਉਹਨਾਂ ਨੇ ਡਿਊਟੀ ਬਣਾਉਣ ਦੀ ਜਿਹੜੀ ਕਿੰਨਾ ਰਾਸ਼ਟਰਪਤੀ ਨੇ ਮਨਜ਼ੂਰੀ ਦੇ ਦਿੱਤੀ। ਜੀ ਜੀ, ਵੀ ਜਿੱਦਾਂ ਚੰਡੀਗੜ੍ਹ ਗੋਆ ਪੁਡੂਚੇਰੀ ਹੈ, ਜੀ ਉਸੇ ਢੰਗ ਨਾਲ ਜੰਮੂ ਕਸ਼ਮੀਰ ਜਿਹੜਾ ਵੱਖਰੀ ਸਟੇਟ ਹੋਵੇਗੀ ਜੀ, ਉਹਦੇ ਜਿਹੜਾ ਲਦਾਖ ਹੈ ਉਹ ਵੱਖਰਾ ਯੂਟੀ ਹੋਵੇਗਾ। ਜੀ ਜੀ, ਉਹਦੇ ਦੋਵੇਂ ਜਿਹੜੀਆਂ ਸਟੇਟਾਂ ਨੇ ਯੂਟੀ ਹੋਣਗੀਆਂ। ਜੀ ਯੂਟੀ ਦਾ ਮਤਲਬ ਇਹ ਹੈ ਵੀ ਉੱਥੇ ਕੇਂਦਰ ਦਾ ਸ਼ਾਸਨ ਚੱਲੇਗਾ। ਜੀ, ਅਗਰ ਅਪਾਇੰਟਮੈਂਟਾਂ ਹੋਣਗੀਆਂ ਕੇਂਦਰ ਵੱਲੋਂ ਹੋਣਗੀਆਂ, ਜੀ ਅਗਰ ਕੋਈ ਡਿਵੈਲਪਮੈਂਟ ਦੇ ਕੰਮ ਹੁੰਦੇ ਨੇ ਪੈਸਾ ਜਿਹੜਾ ਸਿੱਧਾ ਹੀ ਕੇਂਦਰ ਤੋਂ ਜਾਏਗਾ। ਜੀ ਜੀ, ਜੀ ਉਹਦੇ ਇਹ ਜਿਹੜੀ ਇਹਨਾਂ 370 ਦੇ ਧਾਰਾ ਹਟਾਈ, ਜੀ ਜੀ, ਉਹਦੇ 35 ਇਹ ਜਿਹੜੀ ਹਟਾਈ ਹੈ ਜਿਹੜੀ ਇਹਨਾਂ ਨੂੰ ਵਿਸ਼ੇਸ਼ ਦਰਜਾ ਦਿੰਦੀ ਸੀਗੀ, ਜੀ ਉਹਦੇ ਦੂਜੇ ਲੋਕਾਂ ਨੂੰ ਇਸ ਗੱਲ ਤੋਂ ਮਨਾ ਕਰਦੀ ਸੀ ਕਿ ਤੁਸੀਂ ਉੱਥੇ ਕੋਈ ਚੀਜ਼ ਨਹੀਂ ਖਰੀਦ ਸਕਦੇ, ਜੀ ਜੀ, ਤੁਸੀਂ ਉੱਥੇ ਕੋਈ ਜਾ ਕੇ ਜਗ੍ਹਾ ਨਹੀਂ ਲੈ ਸਕਦੇ। ਜੀ ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਇੱਕ ਉਹਨਾਂ ਨੇ ਬਗੈਰ ਕੂਪ ਕੀਤਿਆਂ, ਕੂਪ ਇਹ ਹੁੰਦਾ ਵੀ ਕਿੰਨਾ ਤੁਸੀਂ ਖੂਨ ਖਰਾਬਾ ਕੀਤਾ ਜੀ, ਜੀ ਜੀ, ਜਾਂ ਖੂਨ ਖਰਾਬਾ ਕਰਕੇ ਜਾਂ ਮਤਲਬ ਇਹ ਤਖਤਾ ਪਲਟ ਕਰਕੇ ਬਿਲਕੁਲ, ਉੱਥੇ ਆਪਣੀ ਸੱਤਾ ਜਮਾ ਲਈ। ਜੀ ਜੀ, ਲੇਕਿਨ ਮੋਦੀ ਸਾਹਿਬ ਨੇ ਜਿਹੜੀ ਇਹ ਇੱਕ ਪਲੈਨਿੰਗ ਨਾਲ ਜਿਹੜੇ ਚੱਲੇ ਨੇ, ਉਹਦੇ ਜਿਹੜੇ ਉਹਨਾਂ ਦੇ ਹੋਮ ਮਿਨਿਸਟਰ ਨੇ ਅਮਿਤ ਸ਼ਾਹ ਜੀ, ਉਹਦੇ ਇਹਨਾਂ ਦੋਵਾਂ ਦੀ ਜੋੜੀ ਨੇ ਜਿਸ ਢੰਗ ਨਾਲ ਉਹਦੇ ਜਿਸ ਮਜ਼ਬੂਤੀ ਨਾਲ ਜੀ ਇਹ ਕੰਮ ਕੀਤਾ ਹੈ, ਬਿਲਕੁਲ, ਉਸ ਨੇ ਨਾ ਸਿਰਫ ਆਪਣੇ ਲੋਕਾਂ ਦੇ ਵਿੱਚ ਇੱਕ ਕੌਨਫੀਡੈਂਸ ਪੈਦਾ ਕੀਤਾ ਹੈ, ਜੀ ਬਲਕਿ ਵਿਸ਼ਵ ਦੇ ਵਿੱਚ ਵੀ ਇੱਕ ਸੁਨੇਹਾ ਗਿਆ ਹੈ ਜੀ, ਕਿ ਅਗਰ ਸ਼ਾਂਤੀ ਨਾਲ ਕੋਈ ਕੰਮ ਕੀਤਾ ਜਾ ਸਕਦਾ ਤਾਂ ਸਿਰਫ ਭਾਰਤ ਹੀ ਕਰ ਸਕਦਾ ਹੈ। ਜੀ ਜੀ, ਔਰ ਉਸ ਦਾ ਹੀ ਅੱਜ ਕਾਰਨ ਇਹ ਹੈ ਕਿ ਉੱਥੇ ਕੋਈ ਖੂਨ ਖਰਾਬਾ ਨਹੀਂ ਹੋਇਆ। ਜੀ ਔਰ ਜਿਹੜੀ ਪ੍ਰੋਬਲਮ ਸੀਗੀ ਜੀ, ਅੱਤਵਾਦ ਦੀ, ਉਹਦੇ ਤੇ ਵੀ ਹੁਣ ਠੱਲ ਪਾਈ ਜਾ ਸਕੇਗੀ। ਜੀ ਜੀ, ਉੱਥੋਂ ਦੇ ਜਿਹੜਾ ਵਿਕਾਸ ਦੇ ਕਾਰਜ ਨੇ ਉਹ ਸਿਰੇ ਚੜ੍ਹੇ ਜਾ ਸਕਣਗੇ। ਬਿਲਕੁਲ, ਜਿਹੜਾ ਅੱਗੇ ਸੈਂਟਰ ਦਾ ਪੈਸਾ ਉੱਥੇ ਅਜਿਹਾ ਹੀ ਬਰਬਾਦ ਹੋ ਜਾਂਦਾ ਸੀਗਾ, ਜੀ ਜਾਂ ਮੰਨ ਲਓ ਸੈਂਟਰ ਨੇ ਅਗਰ 1 ਰੁਪਇਆ ਭੇਜਿਆ ਤਾਂ ਉਹਦੇ ਵਿੱਚੋਂ 70-80 ਪੈਸੇ ਤਾਂ ਜਿਹੜੇ ਉੱਥੋਂ ਦੇ ਸਿਆਸਤਦਾਨ ਸੀਗੇ ਉਹੀ ਖਾ ਜਾਂਦੇ ਸੀ। ਜੀ ਜੀ, ਬਿਲਕੁਲ, ਉਹਦੇ ਜਿਸਲੇ ਡਿਵੈਲਪਮੈਂਟ ਦੀ ਗੱਲ ਆਉਂਦੀ ਸੀਗੀ ਤਾਂ ਲੋਕਾਂ ਤੱਕ ਹੀ ਉਹ ਡਿਵੈਲਪਮੈਂਟ ਜਿਹੜੇ ਕੰਮ ਸੀਗੇ ਉੱਥੋਂ ਦੇ ਪ੍ਰੋਜੈਕਟਾਂ ਲਈ ਵੀ ਪੈਸਾ ਨਹੀਂ ਰਹਿੰਦਾ ਸੀ। ਜੀ ਜੀ ਜੀ, ਹੁਣ ਤੁਸੀਂ ਦੇਖੋ ਵੀ ਪਿਛਲੇ ਦਿਨਾਂ ਦੇ ਵਿੱਚ 2 ਸਾਲ ਪਹਿਲਾਂ ਉੱਥੇ ਇੰਨੇ ਹੜ੍ਹ ਆਏ, ਮੋਦੀ ਸਾਹਿਬ ਨੇ ਬੜੇ ਪੈਸੇ ਭੇਜੇ, ਜੀ ਲੇਕਿਨ ਹਾਲਾਤ ਅੱਜ ਵੀ ਉੱਥੇ ਦੇ ਉੱਦਾਂ ਦੇ ਉੱਦਾਂ ਹੀ। ਬਿਲਕੁਲ, ਇਸ ਤੋਂ ਪਤਾ ਲੱਗਦਾ ਵੀ ਉੱਥੇ ਹਾਲਾਤ ਕਿਸ ਢੰਗ ਨਾਲ ਅੱਗੇ ਖਰਾਬ ਹੋਏ ਔਰ ਅੱਗੇ ਖਰਾਬ ਹੋਣ ਦੀ ਸੰਭਾਵਨਾ ਸੀਗੀ, ਜਿਨ੍ਹਾਂ ਨੂੰ ਠੱਲ ਪਾਤੀ ਗਈ। ਬਿਲਕੁਲ, ਹੁਣ ਇੱਕ ਹੋਰ ਜਿਹੜੀ ਉੱਥੇ ਡਿਵੈਲਪਮੈਂਟ ਦਾ ਜਿਹੜਾ ਚੱਲਿਆ ਜੀ, ਮੋਦੀ ਸਾਹਿਬ ਨੇ ਸ਼ੁਰੂ ਕੀਤਾ ਡਿਵੈਲਪਮੈਂਟ ਦਾ ਪ੍ਰੋਜੈਕਟ ਹੀ ਕਹਿ ਲਓ ਉਹਨੂੰ, ਜੀ
ਕਿਸਾਨਾਂ ਨੂੰ ਉੱਥੇ ਆਪਣੀਆਂ ਫਸਲਾਂ ਬੀਜਣ ਲਈ, ਆਪਣੀ ਕਾਸ਼ਤ ਕਰਨ ਲਈ ਜ਼ਮੀਨ ਤੇ ਜੀ ਕਈ ਤਰ੍ਹਾਂ ਦੀਆਂ ਤਕਲੀਫਾਂ ਚੱਲਣੀਆਂ ਪੈਂਦੀਆਂ ਸੀ, ਜੀ ਜਿਹਦੇ ਵਿੱਚ ਉਹਨਾਂ ਨੂੰ ਬੀਜ ਲਈ ਵੀ ਪੈਸਾ ਨਹੀਂ ਮਿਲਦਾ ਸੀਗਾ, ਜੀ ਉਹਦੇ ਖਾਦ ਲਈ ਪੈਸਾ ਨਹੀਂ ਮਿਲਣਾ। ਜੀ ਅੱਛਾ, ਇਰੀਗੇਸ਼ਨ ਲਈ ਉਹਨਾਂ ਕੋਲ ਨਾਲੇ ਨਹੀਂ ਹੋਣੇ, ਉਹ ਖਾਲੇ ਨਹੀਂ ਹੋਣੇ ਜੀ ਉਹਦੇ। ਹੁਣ ਜਿਹੜੀ ਸੈਂਟਰ ਨੇ ਕੀਤਾ, ਉੱਥੋਂ ਦੇ 8 ਲੱਖ ਜਿਹੜੇ ਕਿਸਾਨ ਨੇ ਜੀ ਉਹਨਾਂ ਨੂੰ 4-4 ਹਜ਼ਾਰ ਰੁਪਇਆ ਉਹਨਾਂ ਨੇ ਉਹਦੇ ਖਾਤੇ 'ਚ ਸਿੱਧਾ ਹੀ ਟ੍ਰਾਂਸਫਰ ਕਰਤਾ, ਜੀ ਜਿਹਦੇ ਨਾਲ ਉਹਨਾਂ ਨੂੰ ਇਸ ਗੱਲ ਦੀ ਉਮੀਦ ਹੋ ਗਈ ਹੈ ਵੀ ਅਗਰ ਸਾਡੇ ਹਾਲਾਤ ਮਾੜੇ ਨੇ ਇਸ ਵੇਲੇ, ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਚੰਗੇ ਹੋ ਸਕਦੇ ਨੇ, ਜੀ ਲੇਕਿਨ ਮਾੜੇ ਹਾਲਾਤ ਨਾਲ ਨਜਿੱਠਣ ਲਈ ਸਾਨੂੰ ਜਿਹੜਾ ਕੇਂਦਰ ਵੱਲੋਂ 4,000 ਰੁਪਇਆ ਵੀ ਆਇਆ, ਜੀ ਉਹ ਵੀ ਇੱਕ ਬਹੁਤ ਵੱਡੀ ਰਾਹਤ ਹੈ। ਬਿਲਕੁਲ ਜਿਹਦੇ ਨਾਲ ਉਹ ਕਮ ਸੇ ਕਮ ਆਪਣੀਆਂ ਜ਼ਮੀਨਾਂ ਦੀ ਜਿਹੜੀ ਵਾਢੀ ਹੈ ਜੀ ਉਹਨੂੰ, ਕਿਉਂਕਿ ਉੱਥੇ ਜਿਹੜਾ ਆਮ ਹੈ ਉਹ ਕੇਸਰ ਦੀ ਖੇਤੀ ਬਹੁਤ ਹੁੰਦੀ ਹੈ, ਜੀ ਅੱਛਾ ਚਾਵਲ ਵੀ ਹੁੰਦਾ ਜੀ ਔਰ ਕੇਸਰ ਦੀ ਖੇਤੀ ਤੇ ਇੰਨੀ ਹੁੰਦੀ ਹੈ ਵੀ ਉਹ ਜਿਹੜੇ ਉੱਥੋਂ ਦੇ ਖੇਤ ਨੇ, ਜੀ ਅਨੰਤਨਾਗ ਦੇ ਖੇਤ, ਪੁਲਵਾਮਾ ਦੇ, ਇੱਧਰ ਜਿੰਨੇ ਵੀ ਹੈਗੇ ਨੇ, ਸ਼੍ਰੀਨਗਰ ਤੋਂ ਲੈ ਕੇ ਅੱਗੇ ਤੱਕ, ਜੀ ਉਹ ਹਰੇ ਭਰੇ ਰਹਿੰਦੇ ਨੇ, ਆਉਂ ਲੱਗਦਾ ਜਿੱਦਾਂ ਕੇਸਰ ਹੀ ਕੇਸਰ ਸਾਰੇ ਪਾਸੇ ਫੈਲਿਆ। ਉਦੋਂ ਉਹਨਾਂ ਦੀ ਖੁਸ਼ਬੂ ਮਹਿਕ ਲੋਕਾਂ ਨੂੰ ਕਸ਼ਮੀਰ ਦੀ ਯਾਦ ਤਾਜ਼ਾ ਕਰਾ ਦਿੰਦੀ। ਬਿਲਕੁਲ ਬਿਲਕੁਲ ਉਹਦੇ ਹੁਣ ਅਗਰ ਉਹਨਾਂ ਨੂੰ 4-4 ਹਜ਼ਾਰ ਰੁਪਏ ਮੋਦੀ ਸਰਕਾਰ ਨੇ ਦਿੱਤਾ ਹੈ, ਜੀ ਔਰ ਉਹਨਾਂ ਦੇ ਖਾਤੇ 'ਚ ਪਹੁੰਚ ਵੀ ਗਿਆ, ਜੀ ਤਾਂ ਉਹਨਾਂ ਨੂੰ ਇੱਕ ਉਮੀਦ ਵੱਜੀ ਹੈ ਜੀ ਕਿ ਉਹ ਖੇਤੀ ਦਾ ਜਿਹੜਾ ਕੰਮ ਹੈ ਉਹ ਹੁਣ ਚੰਗੇ ਤਰੀਕੇ ਨਾਲ ਨਿਭਾ ਜਾ ਸਕਦੇ ਨੇ। ਜੀ ਜੀ ਉਹਦੇ ਇਸੇ ਕਰਕੇ ਹੀ ਉੱਥੋਂ ਦੇ ਜਿਹੜੇ ਲੋਕ ਨੇ ਉਹ ਖੁਸ਼ ਵੀ ਨੇ, ਜੀ ਜੀ ਔਰ ਉਹਨਾਂ ਨੂੰ ਇਸ ਗੱਲ ਦੀ ਉਮੀਦ ਵੀ ਹੈ ਜੀ ਕਿ ਹਾਲਾਤ ਜਿਹੜੇ ਨੇ ਬਹੁਤ ਛੇਤੀ ਸੁਧਰ ਜਾਣਗੇ। ਜੀ ਜੀ ਉਹਨੇ ਕੱਲ੍ਹ ਜੁਮੇ ਦੀ ਨਮਾਜ਼ ਸੀਗੀ, ਜੀ ਉੱਥੇ ਹਰ ਸ਼ੁੱਕਰਵਾਰ ਨੂੰ ਜੁਮੇ ਦੀ ਨਮਾਜ਼ ਵੈਸੇ ਹੁੰਦੀ ਹੈ, ਜੀ ਲੇਕਿਨ ਕੱਲ੍ਹ ਉਹਨਾਂ ਦਾ ਮੁਸਲਮਾਨਾਂ ਦਾ ਇੱਕ ਬਹੁਤ ਵੱਡਾ ਤਿਉਹਾਰ ਸੀਗਾ ਬਕਰੀਦ। ਬਿਲਕੁਲ ਅੱਛਾ, ਬਕਰੀਦ ਦੇ ਉੱਤੇ ਉਹਨਾਂ ਨੂੰ ਆਉਂ ਲੱਗਦਾ ਸੀਗਾ ਵੀ ਸ਼ਾਇਦ ਇਸ ਵਾਰੀ ਜਿਹੜੀਆਂ ਮਸਜਿਦਾਂ ਨੇ ਉਹਨਾਂ ਵਿੱਚ ਅਸੀਂ ਨਮਾਜ਼ ਅਦਾ ਨਾ ਕਰ ਸਕੀਏ, ਜੀ ਲੇਕਿਨ ਮੋਦੀ ਸਰਕਾਰ ਨੇ ਉਥੋਂ ਐਸੇ ਹਾਲਾਤ ਉਹਨੇ ਮਤਲਬ ਵਧੀਆ ਕਰਤੇ। ਜੀ ਚਾਹੇ ਦੇਖੋ ਕਿਸੇ ਵੀ ਕੰਮ ਨੂੰ ਕਰਨ ਲਈ ਤਕਲੀਫ ਤਾਂ ਹੁੰਦੀ ਹੈ, ਜੀ ਸਰਕਾਰ ਨੂੰ ਵੀ ਹੁੰਦੀ ਹੈ, ਉਹਦੇ ਜਿਸ ਏਰੀਆ 'ਚ ਕਰਨਾ ਹੁੰਦਾ ਉਸ ਏਰੀਆ ਦੇ ਲੋਕਾਂ ਨੂੰ ਵੀ ਹੁੰਦੀ ਹੈ। ਬਿਲਕੁਲ ਬਿਲਕੁਲ ਜੀ। ਲੇਕਿਨ ਇੱਥੇ ਇਹਨਾਂ ਨੇ ਇਹ ਕੀਤਾ ਵੀ ਲੋਕਾਂ ਨੂੰ ਤਕਲੀਫ ਨਾ ਹੋਵੇ, ਉਹਨਾਂ ਨੇ ਸਰਕਾਰ ਨੇ ਆਪਣੀ ਤਕਲੀਫ ਆਪਣੇ ਉੱਤੇ ਲੈ ਲਈ ਜੀ ਔਰ ਉੱਥੇ ਫੌਜ ਤਾਇਨਾਤ ਕਰਤੀ ਤਾਂ ਕਿ ਜਿਹੜੇ ਉੱਥੋਂ ਦੇ ਸਿਵਲੀਅਨ ਨੇ ਲੋਕ ਨੇ ਜੀ ਉਹ ਆਜ਼ਾਦੀ ਨਾਲ ਘੁੰਮ ਫਿਰ ਸਕਣ ਜੀ ਔਰ ਉਹਨਾਂ ਨੂੰ ਕਿਸੇ ਤਰ੍ਹਾਂ ਦੇ ਅੱਤਵਾਦ ਦਾ ਸਾਹਮਣਾ ਨਾ ਕਰਨਾ ਪਵੇ। ਜੀ ਕਿਉਂਕਿ ਆਮ ਤੌਰ ਤੇ ਇਦਾਂ ਹੁੰਦਾ ਵੀ ਜਦੋਂ ਇੱਦੇ ਵੱਡੇ ਫੰਕਸ਼ਨ ਹੁੰਦੇ ਨੇ ਜੀ ਤਾਂ ਉਹ ਅੱਤਵਾਦੀ ਆਪਣਾ ਜਿਹੜਾ ਕਾਰਾ ਕਰਨ ਤੋਂ ਬਾਜ਼ ਨਹੀਂ ਆਉਂਦੇ। ਜੀ 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 ਇਸ ਵਾਰੀ ਸਰਕਾਰ ਨੇ 16 ਆਦਮੀਆਂ ਦੇ ਪਿੱਛੇ ਜੀ ਇੱਕ ਫੌਜੀ ਲਗਾਤਾ, ਚਾਹੇ ਸੀਆਰਪੀ ਦਾ, ਚਾਹੇ JNK ਪੁਲਿਸ ਦਾ, ਚਾਹੇ ਆਰਮੀ ਦਾ। ਉਹਦੇ ਨਾਲ ਇਹ ਹੋਇਆ ਵੀ ਲੋਕਾਂ ਨੂੰ ਇਸ ਗੱਲ ਦੀ ਗਾਰੰਟੀ ਹੋਈ ਵੀ ਹੁਣ ਸਾਡੀ ਸੁਰੱਖਿਆ ਹੋ ਸਕਦੀ ਹੈ। ਜੀ 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 ਔਰ ਉਹਨਾਂ ਨੇ ਬੜੇ ਆਰਾਮ ਨਾਲ ਜੀ ਬਕਰੀਦ ਦਾ ਜਿਹੜਾ ਤਿਉਹਾਰ ਉੱਥੇ ਮਨਾਇਆ ਜੀ ਜੀ ਔਰ ਮਸਜਿਦਾਂ ਵਿੱਚ ਜਿਹੜਾ ਸੀਗਾ ਉਹਨਾਂ ਨੇ ਨਮਾਜ਼ ਅਦਾ ਕੀਤੀ ਜੀ ਔਰ ਉਹਨਾਂ ਨੂੰ ਇਸ ਗੱਲ ਦੀ ਹੋਰ ਵੀ ਉਮੀਦ ਵੱਜੀ ਹੈ ਕਿ ਆਉਣ ਵਾਲੇ ਦਿਨ ਜਿਹੜੇ ਨੇ ਉਹਨਾਂ ਲਈ ਬਹੁਤ ਵਧੀਆ ਹੋ ਸਕਦੇ। ਜੀ ਜੀ ਪਰ ਡੋਗਰਾ ਸਾਹਿਬ, ਇੱਥੇ ਆਪਾਂ ਦੇਖੀਏ ਕਿ ਇਸ ਚੀਜ਼ ਦਾ ਨਾ ਪਾਕਿਸਤਾਨ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈਗਾ, ਹੈ ਨਾ, ਕਿ ਉਹ ਮਤਲਬ ਮੋਦੀ ਸਾਹਿਬ ਦੇ ਇਸ ਫੈਸਲੇ ਤੋਂ ਖੁਸ਼ ਨਹੀਂ ਹੈਗੇ ਕਿ ਉਹਨਾਂ ਦੇ ਕਾਰਨ ਜਿਹੜਾ ਪਾਕਿਸਤਾਨ ਦੇ ਵਿੱਚ ਦੀ ਕਰਤਾ ਲਾਂਘਾ ਬਣਾਇਆ ਜਾ ਰਿਹਾ ਹੈਗਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਵੱਲ, ਹੈ ਨਾ, ਆਪਣੀਆਂ ਜਿਹੜੀਆਂ ਪੰਜਾਬੀ ਸੰਗਤਾਂ ਨੇ ਉਹਨਾਂ ਦੇ ਲਈ, ਕਿ ਉਹ ਲਾਂਘੇ ਤੇ ਵੀ ਕੋਈ ਪ੍ਰਭਾਵ ਪਊਗਾ? ਨਹੀਂ, ਉਹ ਵੱਡੇ ਸਾਹਿਬ ਉਹਦੇ ਉਸ ਲਾਂਘੇ ਉੱਤੇ ਨਹੀਂ ਪ੍ਰਭਾਵ ਪੈਣਾ ਜੀ, ਕਿਉਂਕਿ ਇਹ ਜਿਹੜਾ ਲਾਂਘਾ ਹੈ ਇਹ ਬਹੁਤ ਦੇਰ ਦਾ ਡਿਮਾਂਡ ਕੀਤਾ ਜਾ ਰਿਹਾ ਸੀਗਾ ਜੀ। ਸਿਰਫ ਪੰਜਾਬ ਦੇ ਸਿੱਖਾਂ ਵੱਲੋਂ ਨਹੀਂ ਜੀ, ਇੰਟਰਨੈਸ਼ਨਲ ਸਿੱਖ ਬਾਡੀ ਵੱਲੋਂ ਵੀ ਜੀ, ਉਹਦੇ ਜਿੰਨੇ ਕਿਨਾ ਵਿਸ਼ਵ ਦੇ ਵਿੱਚ ਸਿੱਖ ਜਥੇਬੰਦੀਆਂ ਨੇ ਜੀ ਉਹ ਵੀ ਮੰਗ ਕਰ ਰਹੀਆਂ ਸਨ ਜੀ। ਇੱਥੋਂ ਤੱਕ ਕਿ ਜਲੰਧਰ ਦੇ ਵਿੱਚ ਵੀ ਤੁਹਾਨੂੰ ਪਤਾ ਹੋਵੇਗਾ ਜੀ ਜੀ, ਜਿਹੜੇ ਸਾਡੇ ਹੁਣ ਗੁਰਪ੍ਰਤਾਪ ਸਿੰਘ ਵਡਾਲਾ MLA ਨੇ ਅਕਾਲੀ ਦਲ ਦੇ ਜੀ ਜੀ, ਉਹਨਾਂ ਦੇ ਪਿਤਾ ਜੀ ਸੀਗੇ ਕੁਲਦੀਪ ਸਿੰਘ ਵਡਾਲਾ ਜੀ। ਉਹਨਾਂ ਨੇ 12 ਸਾਲ ਲਗਾਤਾਰ ਇਸ ਲਾਂਘੇ ਲਈ ਗੁਰੂ ਆਪਣੇ ਡੇਰਾ ਬਾਬਾ ਨਾਨਕ ਜੀ ਉੱਥੇ ਖੜੇ ਹੋ ਕੇ ਜੀ ਸਾਹਮਣੇ ਗੁਰਦੁਆਰਾ ਕਰਤਾਰ ਸਾਹਿਬ ਪੈਂਦੇ ਸੀਗੇ ਜੀ ਜੀ, ਉਹਨਾਂ ਨੂੰ ਨਾਲ ਕਰਕੇ ਆਪਣੇ ਅਰਦਾਸ ਕਰਨੀ ਜੀ ਜੀ ਵੀ ਇਹ ਲਾਂਘਾ ਛੇਤੀ ਮਿਲੇ ਜੀ, ਜਿਹਦੇ ਨਾਲ ਸਾਡੇ ਜਿਹੜੇ ਸਿੱਖ ਨੇ ਜਾਂ ਹਿੰਦੂ ਪਰਿਵਾਰ ਵੀ ਜਿਹੜੇ ਸਿੱਖੀ ਨਾਲ ਜੁੜੇ ਨੇ ਜੀ ਉਹ ਉਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣ ਜੀ। ਹੁਣ ਇਸ ਜੋ ਹੁਣ
ਹਾਲਾਤ ਡਿਵੈਲਪ ਹੋਏ ਨੇ ਜੀ 370 ਤੇ ਤੋੜਤੀ ਗਈ ਜੀ ਤੋੜ ਨਹੀਂ ਦਿੱਤੀ ਗਈ, ਖਤਮ ਕਰਤੀ ਗਈ ਜੀ 35 ਖਤਮ ਹੋ ਗਈ ਜੀ ਲੇਕਿਨ ਉਹਦੇ ਨਾਲ ਇਹ ਦੇਖੋ ਵੀ ਪਾਕਿਸਤਾਨ ਨੂੰ ਇਹਦੀ ਕੀ ਤਕਲੀਫ ਹੈ। ਜੀ ਬਿਲਕੁਲ ਇਹ ਜੰਮੂ ਕਸ਼ਮੀਰ ਦਾ ਜਿਹੜਾ ਮਸਲਾ ਹੈ ਇਹ ਭਾਰਤ ਦਾ ਅੰਦਰੂਨੀ ਮਸਲਾ ਸੀ। ਜੀ ਤੁਸੀਂ ਕਿਸੇ ਵੀ ਮਸਲੇ ਨੂੰ ਦਵੱਲਾ ਬਣਾ ਦਿਓ ਜੀ ਉਹਦੇ ਤੇ ਕੋਈ ਤੁੱਕ ਨਹੀਂ ਬਣਦਾ। ਬਿਲਕੁਲ ਅਗਰ ਹੁਣ ਪਾਕਿਸਤਾਨ 'ਚ ਬੌਖਲਾਹਟ ਇਸੇ ਗੱਲ ਦੀ ਹੈ ਜੀ ਵੀ ਅਸੀਂ ਇਸ ਮਾਮਲੇ ਨੂੰ UNO ਦੇ ਵਿੱਚ ਲੈ ਗਏ ਸੀਗੇ ਔਰ ਅੱਗੇ ਤੱਕ ਇਹਨੂੰ ਖਿੱਚੀ ਜਾਵਾਂਗੇ ਜੀ ਔਰ ਇਸੇ ਦੀ ਆੜ ਵਿੱਚ ਜੀ ਕਿ ਨਾ ਭਾਰਤ ਕੋਲੋਂ ਅਸੀਂ ਕਈ ਚੀਜ਼ਾਂ ਡਿਮਾਂਡ ਕਰ ਸਕਾਂਗੇ ਜਾਂ ਭਾਰਤ ਨੂੰ ਬਲੈਕਮੇਲ ਕੀਤਾ ਜਾ ਸਕਦਾ ਹੈ। ਜੀ ਲੇਕਿਨ ਉਹ ਜਦੋਂ ਮੋਦੀ ਸਾਹਿਬ ਨੇ ਇੱਕ ਝਟਕੇ 'ਚ ਸਾਰੀਆਂ ਗੱਲਾਂ ਖਤਮ ਕਰਤੀਆਂ ਜੀ ਤਾਂ ਉਹਦਾ ਬੌਖਲਾਣਾ ਜ਼ਰੂਰੀ ਸੀ। ਬਿਲਕੁਲ ਜੀ ਬਿਲਕੁਲ ਹੁਣ ਉਹਨੇ ਪਹਿਲਾਂ ਸਮਝੌਤਾ ਐਕਸਪ੍ਰੈਸ ਬੰਦ ਕਰਤੀ, ਜੀ ਜਿਹੜਾ ਵਪਾਰ ਨਾਲ ਵਪਾਰ ਸੀਗਾ ਉਹ ਬੰਦ ਕਰਤਾ ਬਿਲਕੁਲ ਬਿਲਕੁਲ ਔਰ ਉਹਦੇ ਬਾਅਦ ਇਹਨਾਂ ਨੇ ਇੱਕ ਜੋਧਪੁਰ ਮੁੰਨਾਬਾਓ ਜਿਹੜੀ ਟ੍ਰੇਨ ਸਰਵਿਸ ਸੀਗੀ ਜੀ ਕੱਲ ਉਹ ਵੀ ਬੰਦ ਕਰਤੀ। ਬਿਲਕੁਲ ਅੱਜ ਇਹਨਾਂ ਨੇ ਜਿਹੜੀ ਉੱਥੋਂ ਲਾਹੌਰ ਤੋਂ ਦਿੱਲੀ ਬੱਸ ਸਰਵਿਸ ਚੱਲਦੀ ਸੀਗੀ ਜੀ ਜੀ ਦੋਸਤੀ ਜਿਹਨੂੰ ਕਹਿੰਦੇ ਨੇ ਹਾਂਜੀ ਉਹ ਵੀ ਇਹਨਾਂ ਨੇ ਬੰਦ ਕਰਤੀ। ਜੀ ਇਹਨਾਂ ਗੱਲਾਂ ਨਾਲ ਪਾਕਿਸਤਾਨ ਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ ਜੀ ਕਿਉਂਕਿ ਉਹ ਤੇ ਆਪ ਕੰਗਾਲੀ ਦੇ ਦਰਵਾਜ਼ੇ ਤੇ ਖੜਾ ਜੀ ਉਹਨੂੰ ਦੇ ਪੈਸੇ ਦੀ ਲੋੜ ਹੈ, ਇੱਕ ਇੱਕ ਪੈਸੇ ਦੀ ਲੋੜ ਹੈ, ਹਰ ਪਾਸੇ ਉਹ ਪੈਸੇ ਮੰਗਦਾ ਹੈ, ਜੀ ਚਾਹੇ ਟਰੰਪ ਹੋਵੇ ਚਾਹੇ ਕੋਈ ਹੋਵੇ। ਜੀ ਤੂੰ ਇਹੋ ਹੀ ਗੱਲ ਅਗਰ ਤੈਨੂੰ ਪੈਸੇ ਦੀ ਲੋੜ ਹੈ ਤੂੰ ਭਾਰਤ ਨਾਲ ਆਪਣੇ ਜਿਹੜੇ ਸੰਬੰਧ ਨੇ ਚੰਗੇ ਬਣਾ ਲੈ। ਜੀ ਅਗਰ ਹੁਣ ਉਹਨੇ ਅਗਰ ਸੰਬੰਧ ਤੋੜੇ ਨੇ ਜੀ ਉਹਦੇ ਰਾਜਨੀਤਿਕ ਸੰਬੰਧ ਤੋੜੇ, ਵਪਾਰਕ ਸੰਬੰਧ ਤੋੜੇ ਜੀ ਬਿਲਕੁਲ ਉਹਦਾ ਨੁਕਸਾਨ ਤਾਂ ਪਾਕਿਸਤਾਨ ਨੂੰ ਹੀ ਹੋਣਾ। ਬਿਲਕੁਲ ਬਿਲਕੁਲ ਕਿਉਂਕਿ ਭਾਰਤ ਤੋਂ ਕੋਈ ਐਡੀ ਵੱਡੀ ਕੋਈ ਚੀਜ਼ ਐਸੀ ਹੈ ਨਹੀਂ ਜਿਹੜੀ ਪਾਕਿਸਤਾਨ ਨੂੰ ਜਾਂਦੀ ਹੋਵੇ, ਜੀ ਲੇਕਿਨ ਪਾਕਿਸਤਾਨ ਦਾ ਤੇ ਸਿੰਧੂ ਨਮਕ ਵੀ ਇੱਥੇ ਆਉਂਦਾ ਹੈ। ਬਿਲਕੁਲ ਬਿਲਕੁਲ ਸਰ ਉਹੀ ਨਹੀਂ, ਹੋਰ ਕਈ ਚੀਜ਼ਾਂ ਉੱਥੋਂ ਆਉਂਦੀਆਂ ਨੇ। ਜੀ ਜੀ ਜਿਹਦੇ ਕਰਕੇ ਪਾਕਿਸਤਾਨ ਨੂੰ ਜਿਹੜਾ ਵਪਾਰ ਤੋਂ ਜ਼ਿਆਦਾ ਨੁਕਸਾਨ ਹੋਣਾ। ਜੀ 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 ਔਰ ਇਹ ਚੀਜ਼ ਨੂੰ ਉਹ ਸਮਝਦੇ ਨਹੀਂ। ਜੀ ਔਰ ਇਮਰਾਨ ਖਾਨ ਜਿਸ ਨੂੰ ਤਾਕਤ ਮਿਲੀ ਹੈ ਜੀ ਉਹਦੇ ਸਮਝਦਾ ਵੀ ਬਸ ਮੈਂ ਹੁਣ ਕੋਈ ਪਤਾ ਨਹੀਂ ਕਿੱਡਾ ਵੱਡਾ ਬਾਦਸ਼ਾਹ ਬਣ ਗਿਆ। ਜੀ 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 ਲੇਕਿਨ ਉਹ ਇਸ ਗੱਲ ਨੂੰ ਨਹੀਂ ਸਮਝਦਿਆ ਕਿ ਉਹ ਫੌਜ ਉਹਨੂੰ ਨਚਾ ਰਹੀ ਹੈ ਆਪਣੀ ਇਸ਼ਾਰਿਆਂ ਤੇ। ਜੀ ਹੁਣ ਤੁਸੀਂ ਦੇਖੋ ਵੀ ਉਹਨਾਂ ਦੀ ਜਿਹੜੀ ਖੁਫੀਆ ਏਜੰਸੀ ਹੈ ISI ਨੇ ਜੀ ਉਹਨੇ ਅੱਤਵਾਦੀਆਂ ਨੂੰ ਸਿੱਧੇ ਆਰਡਰ ਦੇ ਦਿੱਤੇ ਨੇ ਜੀ ਵੀ ਹੁਣ ਜੋ ਹਾਲਾਤ ਪੈਦਾ ਹੋ ਗਏ ਨੇ ਹੁਣ ਕਦੋਂ ਜਾਂ ਮਦੋਂ ਵਾਲੀ ਨੌਬਤ ਆ ਗਈ ਹੈ ਜੀ ਵੀ ਤੁਸੀਂ ਜਿੰਨੀ ਵੀ ਡਿਸਟਰਬੈਂਸ ਹਿੰਦੁਸਤਾਨ 'ਚ ਕ੍ਰੀਏਟ ਕਰ ਸਕਦੇ ਹੋ ਕਰ ਦਿਓ। ਜੀ ਲੇਕਿਨ ਉਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਵੀ ਹਿੰਦੁਸਤਾਨ ਨੇ ਵੀ ਕੋਈ ਚੂੜੀਆਂ ਪਾ ਕੇ ਨਹੀਂ ਰੱਖੀਆਂ। ਜੀ ਸਾਡੇ ਜਿਹੜੇ ਸੈਨਾਪਤੀ ਨੇ ਜੀ ਬਿਪਨ ਰਾਵਤ, ਜਨਰਲ ਬਿਪਨ ਰਾਵਤ, ਜੀ ਉਹਨਾਂ ਨੇ ਤੇ ਸਿੱਧਾ ਹੀ ਕਹਿਤਾ ਵੀ ਪਾਕਿਸਤਾਨ ਦੀਆਂ ਜਿਹੜੀਆਂ ਗਿੱਦੜ ਭੌਕੀਆਂ ਨੇ ਇਹ ਉਹਨੂੰ ਆਪਣੇ ਕੋਲ ਹੀ ਰੱਖਣੀਆਂ ਚਾਹੀਦੀਆਂ ਬਿਲਕੁਲ ਕਿਉਂਕਿ ਉਹਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਭਾਰਤ ਹੁਣ ਉਹ 1962 ਵਾਲਾ ਨਹੀਂ ਜਦੋਂ ਚੀਨ ਨੇ ਜ਼ਬਰਦਸਤੀ ਜਗ੍ਹਾ ਤੇ ਕਬਜ਼ਾ ਕਰ ਲਿਆ ਦੇ ਅੰਦਰ ਘੁਸ ਆਇਆ। ਜੀ ਜੀ ਉਹ ਗੱਲਾਂ ਹੁਣ ਉਹ ਨਹੀਂ ਰਹਿ ਗਈਆਂ। ਬਿਲਕੁਲ ਹੁਣ ਭਾਰਤ ਬਹੁਤ ਅੱਗੇ ਨਿਕਲ ਚੁੱਕਿਆ ਜੀ ਔਰ ਇਹਨਾਂ ਚੀਜ਼ਾਂ ਨੂੰ ਦੇਖਦੇ ਆ ਪਾਕਿਸਤਾਨ ਨੂੰ ਚਾਹੀਦਾ ਕਿ ਉਹ ਆਪਣੇ ਜਿਹੜੇ ਜੋ ਕੁਝ ਉਹ ਕਰ ਰਿਹਾ ਜੀ। ਉਹਦੀ ਜਾਂ ਉਹਦੀ ਪਲੈਨਿੰਗ ਹੈ ਜੀ। ਉਹਦੇ ਤੇ ਮੂਡ ਨੂੰ ਵਿਚਾਰ ਕਰੇ ਜੀ ਉਹਦੇ ਭਾਰਤ ਨਾਲ ਸੁਲ੍ਹਾ ਸਫਾਈ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕਰੇ। ਜੀ ਪਰ ਇੱਥੇ ਸਰ ਇੱਕ ਮੇਨ ਗੱਲ ਹੋਰ ਵੀ ਹੈ ਕਿ 15 ਅਗਸਤ ਨੇੜੇ ਆ ਰਹੀ ਹੈ ਨਾ ਤੇ ਪਾਕਿਸਤਾਨ ਤੋਂ ਹਰ ਇੱਕ ਇਨਸਾਨ ਜਾਣੂਗਾ ਕਿ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਨੇਗੀਆਂ ਉਹਨਾਂ ਦਾ ਦਿਮਾਗ ਆ ਜਿਹੜਾ ਉਹ ਕਿਸ ਪ੍ਰਕਾਰ ਦਾ ਕਿ ਤੁਹਾਨੂੰ ਕੀ ਲੱਗਦਾ ਕਿ 15 ਅਗਸਤ ਤੇ ਪਾਕਿਸਤਾਨ ਇਸ ਵਾਰ ਫਿਰ ਕੁਝ ਇਹੋ ਜਿਹਾ ਕਰ ਸਕਦਾ ਜਿਹੜਾ ਆਪਣੇ ਆਮ ਲੋਕਾਂ ਲਈ ਨੁਕਸਾਨਦਾਇਕ ਹੋਵੇ? ਭੁੱਟੀ ਸਾਹਿਬ ਨਹੀਂ ਜੋ ਕੁਝ ਇਸ ਵੇਲੇ ਤੱਕ ਹੋ ਚੁੱਕਿਆ ਜੀ ਅਗਰ ਉਹਨੇ ਕਰਨਾ ਹੁੰਦਾ ਨਾ ਹੂੰ ਕੋਈ ਕਾਰਵਾਈ ਕਰਨੀ ਹੁੰਦੀ ਜਾਂ ਕੋਈ ਸਖਤ ਕਾਰਵਾਈ ਕਰਨਾ ਜਾਂ ਉਹਦੇ ਕੋਈ ਸਖਤ ਕਦਮ ਚੁੱਕਣਾ ਹੁੰਦਾ ਜੀ ਤਾਂ ਉਹ ਇਸ ਵੇਲੇ ਤੱਕ ਕਰ ਚੁੱਕਿਆ ਹੁੰਦਾ। ਜੀ ਕਿਉਂਕਿ ਜਿਹੜਾ ਜਦੋਂ 370 ਦਫਾ ਜਾਂ ਪੈਂਦੀ ਹੈ ਜਦੋਂ ਖਤਮ ਕੀਤੀ ਗਈ ਜੀ ਔਰ ਪਾਰਲੀਮੈਂਟ ਨੇ ਵੀ ਉਸੇ ਮੁਹਰ ਲਗਾਤੀ ਜੀ ਉਦੋਂ ਤਾਂ ਉਹਨੇ ਕੁਝ ਨਹੀਂ ਕੀਤਾ। ਜੀ ਜੀ ਉਦੋਂ ਤੋਂ ਚੁੱਪ ਕਰਕੇ ਦੇਖਦਾ ਰਿਹਾ ਵੀ ਹੁਣ ਮੈਂ ਦੇਖਦਾ ਕੀ ਹੋ ਰਿਹਾ ਕੀ ਹੋ ਰਿਹਾ ਨਹੀਂ ਹੋ ਰਿਹਾ। ਜੀ। ਉਹਨੇ ਤੇ ਉਹ ਗੱਲ ਕੀਤੀ ਹੈ ਵੀ ਜਿੱਦਾਂ ਨਾ ਬਿੱਲੀ ਨੂੰ ਦੇਖ ਕੇ ਕਬੂਤਰ ਨੇ ਅੱਖਾਂ ਬੰਦ ਕਰ ਲਈ ਵੀ ਹੁਣ ਤਾਂ ਮੈਨੂੰ ਉਹਨੇ ਬਿੱਲੀ ਨੇ ਖਾਣਾ ਹੀ। ਜੀ 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 ਲੇਕਿਨ ਜੇ ਉਹ ਇਹ ਸਮਝਦਾ ਵੀ ਕਿਦਾ ਮੈਂ ਕਿਦਾ ਹਿੰਦੁਸਤਾਨ ਨਾਲ ਟੱਕਰ ਲੈ ਸਕਦਾ ਜੀ ਜੀ ਤਾਂ ਉਹ ਉਹਦੇ ਵਾਸਤੇ ਹੀ ਗੱਲ ਨਹੀਂ। ਲੇਖਾ ਹੀ ਆ। ਉਹਨੂੰ ਬਹੁਤ ਵੱਡਾ ਭੁਲੇਖਾ ਇਸ ਗੱਲ ਦਾ। ਜੀ ਜੀ ਬਿਲਕੁਲ ਕਿਉਂਕਿ ਉਹ ਪਹਿਲਾਂ ਦੇਖ ਚੁੱਕਿਆ ਅਗਰ 1971 ਦੀ ਲੜਾਈ ਦੇ ਵਿੱਚ ਭਾਰਤੀ ਫੌਜ ਲਾਹੌਰ ਤੱਕ ਚਲੀ ਗਈ ਸੀ। ਜੀ ਜੀ ਉਹਦੇ ਸ਼ਿਮਲਾ ਸਮਝੌਤੇ ਦੇ ਹੋਣ ਨਾਲ ਇਹ ਵਾਪਸ ਜਗ੍ਹਾ ਵਾਪਸ ਨਾ ਹੁੰਦੀ ਜੀ ਤਾਂ ਪਾਕਿਸਤਾਨ ਦਾ ਹਾਲ ਅੱਜ ਕੀ ਹੁੰਦਾ। ਜੀ ਬਿਲਕੁਲ ਬਿਲਕੁਲ ਪਾਕਿਸਤਾਨ ਕੋਲ ਤੇ ਇਸ ਵੇਲੇ ਖਾਣ ਨੂੰ ਰੋਟੀ ਹੈ ਨਹੀਂ, ਕੰਮ ਕਰਨ ਲਈ ਉਹਦੇ ਕੋਲ ਕੰਮ ਹੈ ਨਹੀਂ, ਜੀ ਨੌਜਵਾਨ ਬੇਰੁਜ਼ਗਾਰ ਹੈ। ਜੀ
ਉਹਦੇ ਜਿਹੜੇ ਉਹਨਾਂ ਦੇ ਸਾਰਾ ਹੀ ਦਾਦੋ-ਮਦਾਦ ਹੈ ਜੀ ਉਹ ਅਮਰੀਕਾ ਤੋਂ ਜਿਹੜੀ ਸਹਾਇਤਾ ਮਿਲਦੀ ਹੈ, ਜੀ ਚਾਹੇ ਫੌਜੀ ਹੈ, ਚਾਹੇ ਰਾਸ਼ਨ ਪਾਣੀ ਦੀ ਹੈ, ਜੀ ਚਾਹੇ ਡਿਵੈਲਪਮੈਂਟ ਦੇ ਕੰਮਾਂ ਦੀ ਹੈ, ਚਾਹੇ ਇੰਡਸਟਰੀ ਦੀ ਹੈ, ਜੀ ਉਹਦੇ ਉੱਤੇ ਹੀ ਉਹ ਨਿਰਭਰ ਕਰਦਾ ਹੈ। ਬਿਲਕੁਲ ਬਿਲਕੁਲ ਇਸ ਕਰਕੇ ਇਹ ਗੱਲ ਭੱਟੀ ਸਾਹਿਬ ਬਿਲਕੁਲ ਹੀ ਨਕਾਰੀ ਜਾ ਸਕਦੀ ਹੈ ਜੀ 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 ਵੀ ਪਾਕਿਸਤਾਨ ਨੇ ਕਦੇ ਚਾਹ ਕੇ ਵੀ ਕੁਛ ਨਹੀਂ ਕਰ ਸਕਦਾ। ਬਿਲਕੁਲ ਜੀ ਉਹਦੇ ਅਗਰ ਉਹ ਕਰੇਗਾ ਵੀ ਜਾਂ ਕਰਨ ਦੀ ਕੋਸ਼ਿਸ਼ ਕਰਦਾ ਜਾਂ ਉਹ ਇੱਦਾਂ ਦੀ ਕੋਈ ਗੱਲ ਆਪਣੇ ਦਿਮਾਗ 'ਚ ਲਿਆਂਦਾ ਵੀ ਹੈ ਜੀ ਤਾਂ ਭਾਰਤੀ ਫੌਜ ਪੂਰੀ ਤਰ੍ਹਾਂ ਨਾਲ ਤਿਆਰ ਬੈਠੀ ਹੈ ਜੀ ਜੀ ਉਹਦਾ ਮੁਕਾਬਲਾ ਕਰਨ ਲਈ ਕੀ ਉਹਨੂੰ ਨੇਸਤਾਨਾਬੂਦ ਕਰਨ ਲਈ ਵੀ ਬੈਠੀ ਹੈ। ਜੀ ਜੀ ਤੇ ਸਰ ਆਪਾਂ ਹੁਣ ਮੁੜ ਕੇ ਪੰਜਾਬ ਵੱਲ ਆਉਣੇ ਆ ਤੇ ਇੱਕ ਮਤਲਬ ਮੁੱਦਾ ਪੰਜਾਬ ਦੇ ਵਿੱਚ ਬੜਾ ਅੱਗ ਵਾਂਗੂ ਫੈਲਿਆ ਹੋਇਆ ਹੈਗਾ ਕਿ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਨੇ ਜਿਹੜੇ ਪ੍ਰਨੀਤ ਕੌਰ ਜੀ ਪ੍ਰਨੀਤ ਕੌਰ। ਉਹਨਾਂ ਦੇ ਨਾਲ 25-30 ਲੱਖ ਰੁਪਏ ਦੀ ਠੱਗੀ ਹੋ ਗਈ ਆ। ਉਹ ਭੱਟੀ ਸਾਹਿਬ ਇਹ ਇੱਕ ਬਹੁਤ ਵੱਡਾ ਕਾਰਾ ਕੀਤਾ ਹੈ ਜੀ ਠੱਗਾਂ ਨੇ। ਜੀ ਪੰਜਾਬ ਦੇ ਵਿੱਚ ਜਿਹੜਾ ਸਾਈਬਰ ਕ੍ਰਾਈਮ ਹੈ ਜੀ ਇਹ ਉਹਦਾ ਨਤੀਜਾ ਹੈ। ਜੀ ਸਾਈਬਰ ਕ੍ਰਾਈਮ ਦੇ ਵਿੱਚ ਜਿਹੜੇ ਠੱਗ ਨੇ ਜਾਂ ਜਿਨ੍ਹਾਂ ਨੂੰ ਨੌਸਤਬਾਜ਼ ਕਹਿ ਲਓ ਜੀ ਉਹ ਕੀ ਕਰਦੇ ਨੇ ਵੀ ਕਿਨਾ ਤੁਹਾਡੇ ਕੋਲੋਂ ਕਿਨਾ ਕਿਸੇ ਬੈਂਕ ਦਾ ਦੱਸ ਕੇ ਜੀ ਉਹ ਜੀ ਤੁਹਾਡਾ ਅਪਡੇਟ ਕਰਨਾ ਹੈ, ਤੁਹਾਡਾ ਅਕਾਊਂਟ ਅਪਡੇਟ ਕਰਨਾ ਹੈ, ਜੀ ਤੁਹਾਡਾ ਏਟੀਐਮ ਦੇ ਵਿੱਚ ਇੰਨੇ ਪੈਸੇ ਨੇ ਇੰਨੇ ਰਹਿ ਗਏ ਨੇ, ਜੀ ਤੁਸੀਂ ਇਹ ਦੱਸੋ ਵੀ ਤੁਹਾਡਾ ਏਟੀਐਮ ਦਾ ਪਾਸਵਰਡ ਕੀ ਹੈ। ਜੀ ਉਹ ਲੋਕ ਸਮਝਦੇ ਵੀ ਪਤਾ ਨਹੀਂ ਸਾਨੂੰ ਸਟੇਟ ਬੈਂਕ ਆਫ ਇੰਡੀਆ ਤੋਂ ਆ ਗਿਆ ਟੈਲੀਫੋਨ, ਬਿਲਕੁਲ ਪੰਜਾਬ ਨੈਸ਼ਨਲ ਬੈਂਕ ਤੋਂ ਆ ਗਿਆ। ਜੀ ਉਹ ਇਸ ਗੱਲ ਦੀ ਘੋਖ ਕੀਤੇ ਬਗੈਰ ਉਹਨਾਂ ਨੂੰ ਆਪਣਾ ਪਾਸਵਰਡ ਦੇ ਦਿੰਦੇ ਜੀ ਔਰ ਉਹ ਜਿਹੜੇ ਨੌਸਤਬਾਜ਼ ਨੇ ਠੱਗ ਨੇ ਜੀ ਉਹ ਕੀ ਕਰਦੇ ਨੇ ਵੀ ਉਹਦਾ ਯੂਜ਼ ਕਰਕੇ ਉਹਨੇ ਪੈਸੇ ਉਥੋਂ ਆਪਣੇ ਜਿਹੜੇ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰ ਦਿੰਦੇ ਜੀ ਔਰ ਉਹ ਪੈਸਾ ਕਦੀ ਪੇਟੀਐਮ ਦੇ ਵਿੱਚ ਚਲਾ ਜਾਂਦਾ, ਜੀ ਕਦੀ ਉਹਨਾਂ ਦੇ ਆਪਣੇ ਅਕਾਊਂਟ ਚਲਾ ਜਾਂਦਾ, ਕਦੀ ਉਹਨਾਂ ਦੇ ਆਪਣੇ ਏਟੀਐਮ 'ਚ ਚਲਾ ਜਾਂਦਾ। ਜੀ 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 ਔਰ ਇਹ ਤੁਸੀਂ ਦੇਖੋ ਵੀ ਜਿਹੜੇ ਹੁਣ ਮਹਾਰਾਣੀ ਪ੍ਰਨੀਤ ਕੌਰ ਜੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਧਰਮ ਪਤਨੀ ਨੇ ਔਰ ਪਟਿਆਲੇ ਤੋਂ ਸੰਸਦ ਮੈਂਬਰ ਜੀ ਉਹਨਾਂ ਨਾਲ ਲਗਨ 23 ਲੱਖ ਦੀ ਠੱਗੀ ਹੋ ਸਕਦੀ ਹੈ। ਜੀ ਤਾਂ ਆਮ ਆਦਮੀ ਦੀ ਕੀ ਕਿਨਾ ਔਕਾਤ ਹੈ ਕਿ ਉਹ ਇਹਨਾਂ ਠੱਗੀਆਂ ਦਾ ਸ਼ਿਕਾਰ ਨਾ ਹੋਣ। ਠੀਕ ਹੈ ਹੁਣ ਇਹ ਤੇ ਸੀਗੀ ਇੱਕ ਉਹਦੇ ਭੱਟੀ ਸਾਹਿਬ ਸਭ ਤੋਂ ਵੱਡੀ ਗੱਲ ਇਹ ਹੈ ਹੈਰਾਨੀ ਵਾਲੀ ਗੱਲ ਜੀ ਵੀ ਜਿਨ੍ਹਾਂ ਲੋਕਾਂ ਨੇ ਠੱਗੀ ਕੀਤੀ ਹੈ ਜੀ ਉਹ ਇੱਕ ਦੇ ਕਿੰਨਾ ਬੰਦਾ ਸੀਗਾ ਕੋਈ 5ਵੀਂ ਪਾਸ, ਜੀ ਦੂਜਾ ਹੈਗਾ 8ਵੀਂ ਪਾਸ ਜੀ ਉਹਦੇ ਹੈਵੀ ਮਾਈਗ੍ਰੈਂਟ ਲੇਬਰ। ਜੀ ਉਹ ਟੈਲੀਫੋਨ ਉਹਨਾਂ ਨੇ 50-50 100 ਸਿਮ ਰੱਖਿਆ ਦਾ ਟੈਲੀਫੋਨਾਂ ਦਾ ਜੀ ਉਹਨਾਂ ਨੂੰ ਯੂਜ਼ ਕਰਕੇ ਇੱਕ ਪਾਸਵਰਡ ਲੈ ਲਿਆ ਕਿਸੇ ਦੇ ਏਟੀਐਮ ਦਾ ਜਾਂ ਕਿਸੇ ਬੈਂਕ ਦਾ ਅਕਾਊਂਟ ਨੰਬਰ ਲੈ ਲਿਆ, ਜੀ ਉਹਦੇ ਤੋਂ ਟ੍ਰਾਂਸਫਰ ਕਰਤਾ। ਉਹ ਜਿਹੜਾ ਇਹ ਪਹਿਲਾਂ ਸੀ ਜਿਹੜਾ ਸਿਮ ਯੂਜ਼ ਕੀਤਾ ਉਹ ਸੁੱਟਦਾ, ਦੂਜਾ ਸ਼ੁਰੂ ਕਰਤਾ। ਜੀ ਲੇਕਿਨ ਇਸ ਮਾਮਲੇ ਦੇ ਵਿੱਚ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਸਾਈਬਰ ਕ੍ਰਾਈਮ ਰਾਹੀਂ ਜੀ ਇੱਕ ਨਹੀਂ ਹਜ਼ਾਰਾਂ ਲੋਕਾਂ ਨਾਲ ਠੱਗੀ ਹੋਈ। ਜੀ ਕਿਸੇ ਦੇ ਏਟੀਐਮ 'ਚ ਪੈਸੇ ਨਿਕਲ ਗਏ, ਕਿਸੇ ਦੇ ਬੈਂਕ ਦੇ ਵਿੱਚੋਂ ਬੈਂਕ ਅਕਾਊਂਟ 'ਚ ਪੈਸੇ ਨਿਕਲ ਗਏ। ਜੀ 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 ਲੇਕਿਨ ਤੁਸੀਂ ਇਹ ਦੇਖੋ ਵੀ ਪੁਲਿਸ ਨੇ ਜੀ ਮਹਾਰਾਣੀ ਪ੍ਰਨੀਤ ਕੌਰ ਦੇ ਮਾਮਲੇ ਦੇ ਵਿੱਚ ਜੀ ਇੰਨੀ ਚੁਸਤੀ ਔਰ ਫੁਰਤੀ ਉਹਦੇ ਜੋ ਕਹ ਲਓ ਵੀ ਐਕਟਿਵਨੈਸ ਜੀ ਦਿਖਾਈ ਹੈ। ਜੀ ਅਗਰ ਉਹੀ ਐਕਟਿਵਨੈਸ ਹੈ ਬਾਕੀ ਆਮ ਆਦਮੀਆਂ ਦੇ ਕਿਨਾ ਜਿਹੜੇ ਨਾਲ ਉਹਨਾਂ ਨਾਲ ਠੱਗੀ ਹੋਈ ਹੈ ਜੀ ਹੁੰਦੀ ਹੈ ਜੀ ਉਹਨਾਂ ਦੇ ਮਾਮਲਿਆਂ ਵਿੱਚ ਵੀ ਦਿਖਾਉਣ ਤਾਂ ਪੰਜਾਬ ਪੁਲਿਸ ਦੀ ਬਹਿਜਾ ਹੋ ਜਾਏ। ਬਿਲਕੁਲ ਹੁਣ 23 ਲੱਖ ਰੁਪਈਆ ਜਿਹੜਾ ਹੈ ਪ੍ਰਨੀਤ ਕੌਰ ਮਹਾਰਾਣੀ ਪ੍ਰਨੀਤ ਕੌਰ ਦੇ ਖਾਤੇ ਦੇ ਵਿੱਚੋਂ ਨਿਕਲ ਗਿਆ ਜੀ ਜਿਹੜਾ ਕਿ ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਸੀ ਜੀ ਉਹਦੇ ਜਦੋਂ ਪੈਸਾ ਨਿਕਲਿਆ ਹੜਕੰਮ ਮਚ ਗਿਆ। ਜੀ ਬਿਲਕੁਲ ਸਿਆਸੀ ਗਲਿਆਰੇ ਦੇ ਵਿੱਚ ਵੀ ਹੜਕੰਮ ਮਚ ਗਿਆ ਵੀ ਇੱਕ ਅਗਰ ਸੀਐਮ ਦੀ ਵਾਈਫ ਦਾ ਪੈਸਾ ਸੁਰੱਖਿਅਤ ਨਹੀਂ ਜੀ ਤਾਂ ਆਮ ਆਦਮੀ ਦੀ ਜ਼ਿੰਦਗੀ ਦਾ ਛੱਡੋ ਉਹਦਾ ਪੈਸਾ ਕਿੱਥੇ ਸੁਰੱਖਿਅਤ। ਬਿਲਕੁਲ ਬਿਲਕੁਲ ਜ਼ਿੰਦਗੀ ਤਾਂ ਪਹਿਲਾਂ ਹੀ ਉਹਨੇ ਦਾਅ ਲਾਈ ਹੋਈ ਹੈ। ਹਾਂਜੀ ਉਹਦੇ ਅਗਰ ਉਹਨੇ ਵਿਚਾਰੇ ਨੇ ਕਿਤੇ ਆਪਣੀ ਬੱਚਤ ਕਰਕੇ ਪੈਸਾ ਬੈਂਕ 'ਚ ਰੱਖਿਆ ਜਾਂ ਉਹਨੇ ਬਿਜ਼ਨਸ ਲਈ ਹੈ ਉਹ ਵੀ ਅਗਰ ਸੇਫ ਨਹੀਂ ਤਾਂ ਉਹ ਕੱਲ੍ਹ ਨੂੰ ਕੀ ਕਰੇਗਾ। ਬਿਲਕੁਲ ਜੀ ਬਿਲਕੁਲ ਲੇਕਿਨ ਇਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਦੀ ਜਿਹੜੀ ਹੈ ਐਕਟਿਵਨੈਸ ਜੀ ਉਹ ਇੰਨੀ ਤੇਜ਼ੀ ਨਾਲ ਉਹਨੇ ਕੰਮ ਕੀਤਾ ਕਿ ਝਾਰਖੰਡ ਨੂੰ ਵੀ ਬੰਦਾ ਫੜ ਕੇ ਲਿਆਂਦਾ। ਹਾਂ ਬਿਲਕੁਲ ਜੀ ਬਿਲਕੁਲ ਮੰਡੀ ਗੋਬਿੰਦਗੜ੍ਹ ਦਾ ਜਿਹੜਾ ਬੰਦਾ ਸੀਗਾ ਉਹ ਵੀ ਫੜ ਲਿਆ ਇਹਨਾਂ ਨੇ। ਜੀ ਹੁਣ ਉਹਨਾਂ ਦੀ ਜਿਸ ਵੇਲੇ ਉਹਨਾਂ ਦੀ ਪੁੱਛ ਪ੍ਰਤੀਤ ਹੋਈ ਜੀ ਤਾਂ ਇਹ 100 150 ਸਿਮ ਉਹਨਾਂ ਦੇ ਕੋਲੋਂ ਮਿਲੇ ਜੀ ਜਿਹੜਾ ਯੂਜ਼ ਕਰਕੇ ਲੋਕਾਂ ਨੂੰ ਬੇਵਕੂਫ ਬਣਾਉਂਦੇ ਸੀਗੇ, ਉਹਨਾਂ ਨਾਲ ਠੱਗੀ ਮਾਰਦੇ ਸੀਗੇ। ਜੀ ਔਰ ਹਾਲਾਂਕਿ ਹਰ ਬੈਂਕ ਜੀ ਇੱਥੋਂ ਤੱਕ ਕਿ ਜਦੋਂ ਬੈਂਕ ਨੇ ਵੀ ਇੰਸਟਰਕਸ਼ਨਾਂ ਦਿੰਦੀਆਂ ਨੇ ਔਰ ਇਹ ਸੋਸ਼ਲ ਮੀਡੀਆ 'ਤੇ ਵੀ ਪ੍ਰਚਾਰ ਕੀਤਾ ਜਾਂਦਾ ਹੈ ਜੀ ਕਿ ਕੋਈ ਵੀ ਬੈਂਕ ਤੁਹਾਡੇ ਕੋਲੋਂ ਤੁਹਾਡੇ ਅਕਾਊਂਟ ਨੰਬਰ ਨਹੀਂ ਪੁੱਛਦਾ, ਤੁਹਾਡਾ
ਅਕਾਊਂਟ ਦਾ ਪਾਸਵਰਡ ਨਹੀਂ ਪੁੱਛਦਾ, ਜੀ। ATM ਦਾ ਪਾਸਵਰਡ ਨਹੀਂ ਪੁੱਛਦਾ। ਜੀ ਤੁਸੀਂ ਇਹ ਚੀਜ਼ਾਂ ਤੋਂ ਥੋੜ੍ਹਾ ਕੁ ਸੁਚੇਤ ਹੋਵੋ ਜੀ। ਔਰ ਉਹਨਾਂ ਲੋਕਾਂ ਨੂੰ ਸਾਹਮਣੇ ਲਿਆਓ ਜਿਹੜੇ ਤੁਹਾਨੂੰ ਟੈਲੀਫੋਨ ਕਰਦੇ ਨੇ। ਜੀ ਜੀ ਉਹਦੇ ਜਿਹੜੇ ਦੇ ਨੈੱਟ ਨੂੰ ਇੰਟਰਨੈਟ ਨੂੰ ਯੂਜ਼ ਕਰਦੇ ਨੇ ਜੀ। ਜਾਂ ਟੈਲੀਫੋਨ ਨੂੰ ਯੂਜ਼ ਕਰਦੇ ਨੇ, ਜੀ ਜਦੋਂ ਉਹਨਾਂ ਕੋਲ ਇੱਦਾਂ ਦੀ ਕੋਈ ਕਾਲ ਆਉਂਦੀ ਹੈ, ਜੀ ਉਹ ਜੀ ਤੁਹਾਡਾ ਜਿਹੜਾ ATM ਤੁਹਾਡਾ ਉਹਦਾ ਟਾਈਮ ਖਤਮ ਹੋਣ ਵਾਲਾ ਜੀ, ਜੀ ਤੁਹਾਡਾ ਜਿਹੜਾ ਅਕਾਊਂਟ ਹੈ ਜੀ ਉਹ ਲੈਪਸ ਹੋਣਾ, ਉਹਦੇ ਜੀ ਪੈਸੇ ਕੱਟ ਗਏ ਨੇ ਜੀ, ਜੀ ਇਹਦੇ ਹੀ ਹੁਣ ਪੈਸੇ ਪਾਉਂਦੇ, ਤੁਸੀਂ ਆਪਣਾ ਇਹਦਾ ਅਕਾਊਂਟ ਨੰਬਰ ਤੇ ਪਾਸਵਰਡ ਦੇ ਦਿਓ। ਮੈਂ SBI ਤੋਂ ਬੋਲਦਾ ਜੀ। ਜੀ ਉਹਦੇ ਹੁੰਦਾ ਇਹ ਵੀ ਉਹਨਾਂ ਨੇ ਜਿਹੜੇ ਅਕਾਊਂਟ ਨੰਬਰ ਨੇ ਉਹ ਪਹਿਲਾਂ ਕਿਸੇ ਤਰੀਕੇ ਨਾਲ ਆਪਣੇ ਕੋਲ ਰੱਖੇ ਹੁੰਦੇ ਨੇ, ਜੀ ਉਹਨਾਂ ਨੂੰ ਯੂਜ਼ ਕਰਕੇ ਤੇ ਅੱਗੇ ਦੱਸਿਆ ਜੀ ਤੁਹਾਡੇ ਜਿਹੜਾ ਇਹ ATM ਖਤਮ ਹੋਣ ਵਾਲਾ, ਜੀ ਜੀ ਉਹਦੀ ਮਿਆਦ ਖਤਮ ਹੋਣ ਦੀ ਇਸ ਕਰਕੇ ਤੁਸੀਂ ਇਹਦੀ ਨੂੰ ਕਰਾਓ। ਜੀ ਉਹ ਲੋਕ ਉਹਦੇ ਚਾਂਸਸ ਜੇ ਵਧਾਈ ਜਾਂਦੇ ਨੇ, ਲੇਕਿਨ ਜਿਹੜੇ ਤੇ ਕਿੰਨਾ ਅਵੇਅਰ ਨੇ ਇਹਨਾਂ ਚੀਜ਼ਾਂ ਨੂੰ, ਜੀ ਉਹਦਾ ਸਿੱਧਾ ਹੀ ਕਹਿੰਦੇ ਵੀ ਠੀਕ ਹੈ ਵੀ ਮੈਂ ਹੁਣੇ ਦੱਸਾਂ, ਤੇ ਨਾਲ ਹੀ ਉਹ ਕਹਿੰਦੇ ਵੀ ਉਹ ਬਈ ਜਦੋਂ ਮਲਾਈ ਪੁਰਠਾਣੇ ਜਦੋਂ ਮਲਾਈ ਇੱਕ ਕਾਲ ਆਈ ਉੱਥੋਂ, ਜੀ ਜੀ ਜਿਹੜੇ ਇੰਨੀ ਗੱਲ ਕਰਦੇ ਉਹ ਨਾਲ ਹੀ ਟੈਲੀਫੋਨ ਥੱਲੇ ਰੱਖ ਦਿੰਦੇ ਹਾਂ ਉਹਦੇ ਬਾਅਦ ਉਹ ਫਿਰ ਟੈਲੀਫੋਨ ਤੇ ਯੂਜ਼ ਹੀ ਨਹੀਂ ਹੁੰਦਾ ਉਹ। ਹਾਂ ਬਿਲਕੁਲ। ਉਹਦੇ ਇਹਨਾਂ ਚੀਜ਼ਾਂ ਨਾਲ ਕਿਉਂਕਿ ਸਾਈਬਰ ਕ੍ਰਾਈਮ ਜਿਹੜਾ ਅੱਜ ਇੰਨਾ ਕੁ ਵੱਧ ਗਿਆ ਕਿ ਲੋਕ ਆਨਲਾਈਨ ਆਰਡਰ ਕਰਦੇ ਨੇ, ਜੀ ਚੀਜ਼ਾਂ ਮੰਗਾਉਂਦੇ ਨੇ, ਪੈਸਾ ਆਨਲਾਈਨ ਉੱਥੇ ਟ੍ਰਾਂਸਫਰ ਹੋ ਜਾਂਦਾ। ਹਾਂਜੀ ਲੇਕਿਨ ਜਦੋਂ ਚੀਜ਼ਾਂ ਆਉਂਦੀਆਂ ਨੇ ਤਾਂ ਜੇ ਕਿਸੇ ਨੇ 50,000 ਦਾ ਮੋਬਾਈਲ ਮੰਗਾਇਆ ਤਾਂ ਉਹਦੇ ਵਿੱਚੋਂ ਕੋਈ ਛੋਟੀ ਜਿਹੀ ਇੱਟ ਦਾ ਟੁਕੜਾ ਨਿਕਲ ਆਏਗਾ। ਹਾਂਜੀ ਇਹ ਚੀਜ਼ਾਂ ਜਿਹੜੀਆਂ ਨੇ ਉਹਦੀ ਜਿਹੜੀਆਂ ਚੀਜ਼ਾਂ ਮੰਗਾਈਆਂ ਜਾਂਦੀਆਂ ਨੇ ਉਹਨਾਂ ਦੀ ਜਗ੍ਹਾ ਤੇ ਡੁਪਲੀਕੇਟ ਚੀਜ਼ਾਂ ਜੀ। ਜਾਂ ਘਟੀਆ ਚੀਜ਼ਾਂ ਭੇਜ ਦਿੱਤੀਆਂ ਜਾਂਦੀਆਂ। ਬਿਲਕੁਲ ਬਿਲਕੁਲ। ਇਹ ਸਾਰਾ ਜਿਹੜਾ ਸਾਈਬਰ ਕ੍ਰਾਈਮ ਹੈ ਜਿਹਦੇ ਉੱਤੇ ਸਰਕਾਰ ਨੂੰ ਬਹੁਤ ਧਿਆਨ ਦੇਣ ਦੀ ਲੋੜ ਹੈ। ਜੀ ਜੀ ਉਹਦੇ ਸਾਈਬਰ ਕ੍ਰਾਈਮ ਕਰਨ ਵਾਲੇ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦੇਣ ਦੀ ਜ਼ਰੂਰਤ ਹੈ। ਜੀ ਜੀ। ਤੇ ਸਰ ਇੱਕ ਹੁਣੀ ਪੰਜਾਬ ਵਿਧਾਨ ਸਭਾ ਸੈਸ਼ਨ ਲੰਘ ਕੇ ਹਟਿਆਗਾ ਹੈ ਨਾ, ਤੇ ਉਹਦੇ ਵਿੱਚ ਜਿਹੜੀ ਮੇਨ ਵਿਰੋਧੀ ਧਿਰ ਪਾਰਟੀ ਮੰਨੀ ਜਾ ਰਹੀ ਸੀ ਆਮ ਆਦਮੀ ਪਾਰਟੀ, ਇਸ ਵਾਰ ਉਹਦੇ ਜਿੰਨੇ ਮਤੇ ਸੀ ਜ਼ਿਆਦਾਤਰ ਮਤੇ ਨੇ ਜਿਹੜੇ ਉਹ ਸਪੀਕਰ ਨੇ ਰੱਦ ਕਰ ਦਿੱਤੇ ਨੇਗੇ। ਤੁਹਾਨੂੰ ਕੀ ਲੱਗਦਾ ਵੀ ਉਹਨਾਂ ਦੇ ਪਿੱਛੇ ਕੀ ਕਾਰਨ ਰਹੇ ਹੋਣਗੇ? ਬਟੀ ਸਾਹਿਬ ਉਹਦੇ ਜੇ ਕਾਰਨ ਹੈ ਵੀ ਜਿਹੜੀ ਸਰਕਾਰ ਹੈ ਜੀ ਇਹਦੇ ਕੋਲ ਪੂਰਾ ਬਹੁਮਤ ਹੈ ਜੀ। ਉਹ ਸਮਝਦੀ ਹੈ ਵੀ ਕਿਹਦਾ ਜਿਹੜੀ ਅਪੋਜੀਸ਼ਨ ਹੈ ਇਹਦੇ ਵੰਡੀ ਪਈ। ਜੀ ਆਮ ਆਦਮੀ ਪਾਰਟੀ ਲਾ ਲਓ ਜੀ ਉਹਦੇ 'ਚ ਆਪਣੀ ਫੋਲਟ ਹੈ। ਬਿਲਕੁਲ। ਪਹਿਲੇ ਉਹਨਾਂ ਦੇ 20 ਮੈਂਬਰ ਸੀਗੇ, 20 ਮੈਂਬਰ ਉਹ ਲੋਕ ਇਨਸਾਫ ਪਾਰਟੀ ਦੇ ਸਨ, ਬਾਈ ਸਨ। ਜੀ ਜੀ ਇਸ ਕਰਕੇ ਉਦੋਂ ਸੁਖਪਾਲ ਖਹਿਰਾ ਸਾਹਿਬ ਸੀਗੇ, ਇਹ ਆਪਣੇ ਫੁਲਕਾ ਸਾਹਿਬ ਸੀਗੇ ਜੀ ਉਹਨਾਂ ਨੂੰ ਇਹਨਾਂ ਨੇ ਅਪੋਜੀਸ਼ਨ ਦੇ ਲੀਡਰ ਦਾ ਅਹੁਦਾ ਦੇ ਦਿੱਤਾ, ਜੀ ਉਹ ਦਰਜਾ ਦਿੱਤਾ ਉਹਨਾਂ ਨੇ ਅਸਤੀਫਾ ਦੇ ਦਿੱਤਾ। ਉਹਦੇ ਬਾਅਦ ਇਹ ਜਿਹੜਾ ਉਹਦਾ ਸੁਖਪਾਲ ਸਿੰਘ ਖਹਿਰਾ ਕੋਲ ਆ ਗਿਆ ਜੀ। ਇਹਨਾਂ ਨੇ ਆਪਣੀ ਪਾਰਟੀ ਬਣਾ ਲਈ, ਉਹਦੇ ਬਾਅਦ ਹਰਪਾਲ ਸਿੰਘ ਚੀਮਾ ਕੋਲ ਆ ਗਏ ਜੀ। ਹੁਣ ਗੱਲ ਇਹ ਵੀ ਇਹ ਜਿਸਲੇ ਆਪਸ ਵਿੱਚ ਵੰਡੇ ਨੇ ਸਾਰੇ ਜੀ। ਉਧਰ ਅਕਾਲੀ ਦਲ ਜਿਹੜੇ ਨੇ, ਅਕਾਲੀ ਦਲ ਤੇ BJP ਦੀ ਅਗਰ ਗੱਲ ਕਰ ਲਈਏ ਤਾਂ ਉਹ ਵੀ ਆਪਣੇ ਜਿਹੜੇ ਨੇ ਕਈ ਮੁੱਦਿਆਂ ਦੇ ਸਹਿਮਤ ਨਹੀਂ। ਜੀ ਜੀ ਬਿਲਕੁਲ। ਇਸ ਕਰਕੇ ਉਹ ਸਰਕਾਰ ਸਮਝਦੀ ਹੈ ਵੀ ਇਹ ਜਿਹੜੇ ਅਪੋਜੀਸ਼ਨ ਹੈ ਜੀ ਇਹਦੇ ਨਹੀਂ ਨਾਲ ਹੋਣੀ ਹੈ। ਜੀ ਇੱਕ ਪਾਸੇ 77 ਜਾਂ 78 ਆਦਮੀ ਨੇ ਜੀ। MLA ਜਿਹੜੇ ਕਾਂਗਰਸ ਪਾਰਟੀ ਦੇ ਨੇ, ਜੀ ਦੂਜੇ ਪਾਸੇ ਤੁਸੀਂ ਲਾ ਲਓ 40 ਆਦਮੀ ਲਾ ਲਓ, ਬਿਲਕੁਲ। ਤੇ 40 ਆਦਮੀਆਂ ਦੇ ਵਿੱਚੋਂ ਵੀ 7 ਤੇ ਸੁਖਪਾਲ ਖਹਿਰੇ ਨਾਲ ਹੋ ਗਏ। ਜੀ ਅੱਛਾ 2 ਵੱਖਰੇ ਹੋ ਗਏ ਲੋਕ ਇਨਸਾਫ ਪਾਰਟੀ ਵਾਲੇ। ਜੀ ਅੱਛਾ ਬਾਕੀ 10 ਰਹਿ ਗਏ ਉਹ ਹਰਪਾਲ ਚੀਮੇ ਦੇ ਹੋ ਗਏ। ਜੀ ਉਹਨੇ ਇਹਦੇ ਦੇ 17-18 ਆਦਮੀ ਹੋ ਗਏ ਅਕਾਲੀ ਦਲ ਤੇ ਇਹਦੇ ਮਿਲਾ ਕੇ ਜੀ। BJP ਦੇ। ਜੀ ਉਹ ਸਰਕਾਰ ਵੀ ਸਮਝਦੀ ਹੈ ਵੀ ਇਹ ਹੁਣ ਕਿਉਂਕਿ ਮਤਲਬ ਖਿਚੜੀ ਬਣੀ ਹੈ ਇਹਨਾਂ ਦੀ, ਜੀ ਤੇ ਇਹਨਾਂ ਨੂੰ ਜਿਸ ਪਾਸੇ ਮਰਜ਼ੀ ਇਹਨਾਂ ਨੂੰ ਲੈ ਲਓ। ਬਿਲਕੁਲ ਬਿਲਕੁਲ। ਉਹਦੇ ਇਸੇ ਕਰਕੇ ਜਿੰਨੇ ਇਹਨਾਂ ਨੇ ਮੁੱਦੇ ਰੱਖੇ, ਚਾਹੇ ਡਰੱਗਸ ਦਾ ਕਿੰਨਾ ਮੁੱਦਾ ਸੀਗਾ ਜੀ ਜਾਂ ਹੋਰ ਵੀ ਜਿਹੜੇ ਪੰਜਾਬ ਦੇ ਹਿੱਤਾਂ ਦੇ ਸੀਗੇ ਜੀ। ਡਰੱਗ ਦਾ ਮੁੱਦਾ, ਉਹਦੇ ਬਾਅਦ ਪਾਣੀਆਂ ਦਾ ਮੁੱਦਾ ਲਾ ਲਓ ਜੀ। ਤੇ ਇੱਕ ਹੋਰ ਸੀਗਾ ਉਹਦੇ ਤੇ ਇਹਨਾਂ ਨੇ ਚਰਚਾ ਹੀ ਹੋਣ ਦਿੱਤੀ। ਜੀ ਜਿਸ ਵੇਲੇ ਸਪੀਕਰ ਨੇ ਇਜਾਜ਼ਤ ਨਹੀਂ ਦਿੱਤੀ ਵੀ ਤੁਸੀਂ ਇਹ ਕਰੋ, ਜੀ। ਤੇ ਇਹਨਾਂ ਨੇ ਰੌਲਾ ਦੁਲਾ ਪਾ ਕੇ ਪਿੱਛੇ ਹਟ ਗਏ। ਬਿਲਕੁਲ। ਹੁਣ ਇੱਕ ਸੀਗਾ ਵੀ ਸੁਖਬੀਰ ਬਾਦਲ ਦੇ ਜਿਹੜੇ BJP ਦੇ ਸੀਗੇ MLA, ਉਹ ਕਹੀ ਜਾਂਦੇ ਸੀਗੇ ਜੀ ਇਹਨਾਂ ਨੇ ਅਗਰ ਅਸਤੀਫੇ ਦਿੱਤੇ ਨੇ ਤਾਂ ਮਜ਼ਬੂਤ ਕੀਤੇ ਜਾਣ। ਜੀ ਕਿਉਂਕਿ ਸਭ ਤੋਂ ਪਹਿਲਾਂ ਅਸਤੀਫਾ ਤਾਂ ਦਿੱਤਾ ਸੀਗਾ ਆਪਣੇ ਫੁਲਕਾ ਸਾਹਿਬ ਨੇ, ਜੀ। ਜਿਹੜੇ ਦਾਖਾ ਤੋਂ MLA ਸੀਗੇ ਆਮ ਆਦਮੀ ਪਾਰਟੀ। ਜੀ ਜੀ। ਉਹਦੇ ਇਹ 7 ਮਹੀਨੇ ਲਟਕਾਈ ਰੱਖਿਆ ਉਹਨਾਂ ਨੇ। ਜੀ। ਉਹਦੇ ਬਾਅਦ ਜਦੋਂ ਇਲੈਕਸ਼ਨ ਤੋਂ ਬਾਅਦ ਸੁਖਪਾਲ ਖਹਿਰਾ ਨੇ ਵੀ ਦੇ ਦਿੱਤਾ ਇਹਦੇ ਇਸ ਤੋਂ ਪਹਿਲਾਂ, ਜੀ। ਇਹਦੇ ਲੋਕ ਸਭਾ ਦੇ ਇਲੈਕਸ਼ਨਾਂ ਤੋਂ ਪਹਿਲਾਂ ਜੀ। ਉਹਨਾਂ ਦੇ ਨਾਲ 3-4 ਹੋਰ MLA ਸੀ ਉਹਨਾਂ ਨੇ ਵੀ ਦੇ ਦਿੱਤਾ। ਜੀ। ਲੇਕਿਨ ਉਹਨਾਂ ਦੇ ਅਸਤੀਫੇ ਮਨਜ਼ੂਰ ਨਹੀਂ ਕੀਤੇ ਗਏ। ਜੀ। ਉਹਦਾ ਕਾਰਨ ਇਹ ਹੈ
ਵੀ ਜਾਂ ਦੇ ਸਪੀਕਰ ਸਾਹਿਬ ਨੂੰ ਇਸ ਗੱਲ ਦਾ ਇਲਮ ਨਹੀਂ ਕਿ ਅਗਰ ਤੁਸੀਂ ਇੱਕ ਐਮਐਲਏ ਦਾ ਅਸਤੀਫਾ ਮਨਜ਼ੂਰ ਕਰਦੇ ਹੋ ਤਾਂ ਉਸੇ ਹੀ ਦਰਜੇ ਦੇ ਬਾਕੀ ਨੇ ਦਿੱਤੇ ਨੇ, ਉਹਨਾਂ ਨੂੰ ਵੀ ਮਨਜ਼ੂਰ ਕਰ ਲਓ। ਬਿਲਕੁਲ। ਲੇਕਿਨ ਉਹ ਅਸਤੀਫੇ ਮਨਜ਼ੂਰ ਨਾ ਕਰਨ ਦਾ ਕਾਰਨ ਜੋ ਮੈਂ ਸਮਝਦਾ ਉਹ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਨਹੀਂ ਚਾਹੁੰਦੇ ਕਿ ਉਹਨਾਂ ਦੇ ਅਸਤੀਫੇ ਮਨਜ਼ੂਰ ਹੋਣ ਜੀ, ਕਿਉਂਕਿ ਅਗਰ ਉਹਨਾਂ ਦੇ ਅਸਤੀਫੇ ਮਨਜ਼ੂਰ ਹੋ ਜਾਂਦੇ ਨੇ ਜੀ, ਤਾਂ ਆਮ ਆਦਮੀ ਪਾਰਟੀ ਜਿਹੜੀ ਹੈ, ਚਾਹੇ ਉਹ ਟੁੱਟੀ ਹੈ ਚਾਹੇ ਭੱਜੀ ਹੈ, ਜੋ ਵੀ ਹੈਗਾ ਬਿਲਕੁਲ, ਉਹ ਪੂਰੀ ਤਰ੍ਹਾਂ ਨਾਲ ਬਹੁਮਤ ਦੀ ਜਿਹੜੀ ਬਹੁਮਤ ਉਹ ਘਟ ਜਾਂਦੀ ਹੈ ਜੀ, ਔਰ ਜਿਹੜਾ ਬਹੁਮਤ ਹੈ ਉਹ ਅਕਾਲੀ ਦਲ ਬੀਜੇਪੀ ਦਾ ਬਣ ਜਾਂਦਾ ਹੈ। ਜੀ, 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 ਜਿਹਦੇ ਕਾਰਨ ਜਿਸ ਨਾਲ ਜਿਹੜੀ ਆਪੋਜੀਸ਼ਨ ਹੈ ਉਹ ਅਕਾਲੀ ਬੀਜੇਪੀ ਦਾ ਜਿਹੜਾ ਦਲ ਹੈ ਉਹ ਬਣ ਜਾਏਗਾ। ਬਿਲਕੁਲ। ਔਰ ਉਹਦਾ ਜਿਹੜਾ ਲੀਡਰ ਆਫ ਆਪੋਜੀਸ਼ਨ ਹੈ ਜੀ, ਉਹ ਤੁਹਾਨੂੰ ਪਤਾ ਹੀ ਹੈ ਵੀ ਉਹ ਹੋਰ ਤਾਂ ਕਿਸੇ ਨੇ ਨਹੀਂ ਬਣਨਾ, ਸਿੱਧਾ ਸੁਖਬੀਰ ਸਿੰਘ ਬਾਦਲ ਨੂੰ ਬਣਾਉਣਾ। ਬਿਲਕੁਲ। ਉਹਨੂੰ ਰੋਕਣ ਲਈ ਹਾਂਜੀ, ਇਹ ਉਹਨਾਂ ਦੇ ਅਸਤੀਫੇ ਮਨਜ਼ੂਰ ਨਹੀਂ ਕਰਦੇ। ਜੀ, 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 ਜਿਹੜੀ ਮੇਨ ਜਿਹੜਾ ਗੱਲ ਹੈ ਉਹ ਤਾਂ ਇਹੋ ਹੀ ਹੈ। ਜੀ, ਜੀ, ਇਸ ਤੋਂ ਇਲਾਵਾ ਮੈਨੂੰ ਨਹੀਂ ਲੱਗਦਾ ਕੋਈ ਹੋਰ ਦੇ ਕਾਰਨ ਹੋਵੇ ਜੀ, ਜਿਹੜੇ ਇਹਨਾਂ ਦੇ ਅਸਤੀਫੇ ਮਨਜ਼ੂਰ ਨਹੀਂ ਕੀਤੇ ਜਾ ਰਹੇ। ਜੀ। ਤੇ ਡੋਗਰਾ ਸਾਹਿਬ, ਗੱਲਾਂ ਆਪਾਂ ਨੇ ਹੋਰ ਵੀ ਬਹੁਤ ਕਰਨੀਆਂ ਸੀਗੀਆਂ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ, ਸੋ ਅੱਜ ਦਾ ਪ੍ਰੋਗਰਾਮ ਆਪਾਂ ਨੂੰ ਇੱਥੇ ਹੀ ਸਮਾਪਤ ਕਰਨਾ ਪਊਗਾ। ਤੇ ਇਹ ਸੀ ਜੀ ਸਾਡਾ ਅੱਜ ਦੇ ਪੰਜਾਬ ਦੇ ਮੁੱਦਿਆਂ ਦੇ ਉੱਤੇ, ਪੱਖ ਦੇ ਮੁੱਦਿਆਂ ਦੇ ਉੱਤੇ ਇੱਕ ਖਾਸ ਰਿਪੋਰਟ। ਅਗਲੇ ਹਫਤੇ ਆਪਾਂ ਫੇਰ ਮਿਲਾਂਗੇ ਨਵੇਂ ਮੁੱਦਿਆਂ ਦੇ ਨਾਲ। ਤਦ ਤੱਕ ਲਈ ਸਾਨੂੰ ਦਿਓ ਗਿਆ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ। ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ। ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ।